पंकज बंदन पग पंकज बंदन सिमरो अंगद दोख निकंदन अमरदास गुर हृदय त्यागो हृदय त्यागो श्री गुरु रामदास गुण गावो श्री अर्जन विघ्नन के नासक विघ्नन के नासक श्री हरगोबिंद शोभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोबिंद सिंह दिसाला ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग हे कंकारा सतगुरु तेह प्रसाद सच होए वाहिगुरु जी की फतेह बिघ्न विनाशन सोए। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਘਟ ਘਟ ਵਿਆਪਕ ਸਤਿਗੁਰੂ ਜਿਮ ਆਕਾਸ਼ ਸਭ ਮਾਹੇ ਸੋ ਜਨ ਹੈ ਇਸ ਭੇਵ ਕੋ ਕਿਰਪਾ ਦ੍ਰਿਸ਼ਟ ਹੈ ਜਾਹੇ। ਘਟ ਘਟ ਵਿਆਪਕ ਸਤਿਗੁਰੂ ਜਿਮ ਆਕਾਸ਼ ਸਭ ਮਾਹੇ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਸ਼ਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀ ਸਿੱਖ ਸੰਗਤ ਕੋਈ ਰਸਨਾ ਵਾਂਝੀ ਨਾ ਰਹੇ ਪਿਆਰ ਸਤਿਕਾਰ ਨਾਲ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਾਧ ਸੰਗਤ ਜੀ
ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋਏ ਹੋ। ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਪਾਠ ਕੀਰਤਨ ਆਪ ਜੀ ਨੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਆਓ ਸਾਰੀਆਂ ਸੰਗਤਾਂ ਹਾਜ਼ਰੀਆਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਵਾਈਏ। ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਪ੍ਰੇਮ ਨਾਲ ਕਹੋ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। 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 ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਧਿਰਿਆਂ ਦੀ ਧਿਰ, ਨਿਆਸਰਿਆਂ ਦੇ ਆਸਰੇ, ਨਿਜੁਰਿਆਂ ਦੇ ਜੋਰ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਥਾ ਆਪ ਜੀ ਪਿਆਰ ਨਾਲ ਸਰਵਣ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਬੈਠੇ ਹੈ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ। ਬੇਅੰਤ ਸਿੱਖ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਬੈਠੇ ਹੋਏ ਹੈ। ਜਿੱਥੇ ਹੋਰ ਸਿੱਖ ਬੈਠੇ ਹੋਏ ਹੈ ਉੱਥੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਬੈਠੇ ਹੋਏ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ, ਮਹਾਰਾਜ ਸਾਨੂੰ ਸਿੱਖ ਬਾਰੇ ਦੱਸੋ। ਤੇ ਸਾਧ ਸੰਗਤ ਜੀ ਆਪ ਜੀ ਨੇ ਸੁਣਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ। ਮਹਾਰਾਜ ਕਹਿਣ ਲੱਗੇ ਸਿੱਖ ਉਹ ਹੈ ਜਿਹੜਾ ਗੁਰੂ ਦੀ ਮੱਤ ਨੂੰ ਪੱਕਿਆਂ ਕਰਕੇ ਰੱਖਦਾ ਜੀ, ਪੱਕਿਆਂ ਕਰਕੇ ਰੱਖਦਾ, ਗੁਰੂ ਜੀ ਦੀ ਮੱਤ ਨੂੰ ਛੱਡਦਾ ਨਹੀਂ ਜੀ। ਗੁਰੂ ਦੀ ਮੱਤ ਕੀ ਹੈ ਇਹ ਗੁਰੂ ਅਮਰਦਾਸ ਜੀ ਨੇ ਵਿਆਖਿਆ ਕੀਤੀ ਜੀ। ਕੋਈ ਵੀ ਬੰਦਾ ਹੈ ਸਾਧ ਸੰਗਤ ਜੀ, ਜੇ ਉਹਦੀ ਸ਼ੁਰੂਆਤ ਵਧੀਆ ਹੋਏਗੀ ਨਾ ਤੇ ਉਹਦਾ ਅੰਤ ਤੱਕ ਕੰਮ ਵਧੀਆ ਚੱਲਦਾ ਜਾਏਗਾ ਜੀ। ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਦਿਨ ਦੀ ਆਰੰਭਤਾ ਦੀ ਗੱਲ ਕੀਤੀ। ਸਿੱਖ ਦਾ ਦਿਨ ਆਰੰਭ ਕਿਵੇਂ ਦਾ ਹੋਣਾ ਚਾਹੀਦਾ ਹੈ, ਬੜੇ ਧਿਆਨ ਨਾਲ ਸੁਣਨਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸੁਰਤ ਵਾਹਿਗੁਰੂ ਜੀ ਦੇ ਵਿੱਚ ਜੋੜੇ ਜੀ, ਸ਼ਬਦ ਵਿੱਚ ਜੋੜੇ ਜੀ, ਹੋਰ ਨਹੀਂ। ਤੇ ਸਾਧ ਸੰਗਤ ਜੀ ਤੁਸੀਂ ਯਤਨ ਕਰਕੇ ਵੇਖ ਲਿਓ, ਜਿਸ ਦਿਨ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਘੜੀ ਬੈਠ ਕੇ ਸਿਮਰਨ ਕਰ ਲਓਗੇ ਨਾ, ਉਸ ਦਿਨ ਦਾ ਬਾਕੀ ਦਿਨਾਂ ਨਾਲੋਂ ਫਰਕ ਹੋਏਗਾ ਜੀ, ਫਰਕ ਹੋਏਗਾ। ਕਿਉਂ? ਉਸ ਦਿਨ ਅੰਮ੍ਰਿਤ ਵੇਲੇ ਉੱਠਦਿਆਂ ਸਾਰੀ ਵਾਹਿਗੁਰੂ ਜੀ ਦਾ ਚੇਤਾ ਆਇਆ ਜੀ। ਹਿੰਦੂ ਧਰਮ ਦੇ ਵਿੱਚ ਅੰਮ੍ਰਿਤ ਵੇਲੇ ਨੂੰ ਬ੍ਰਹਮ ਮਹੂਰਤ ਕਹਿੰਦੇ ਆ ਜੀ, ਰੱਬ ਨਾਲ ਜੁੜਨ ਦਾ ਸਮਾਂ ਜੀ। ਅੰਮ੍ਰਿਤ ਵੇਲੇ ਸਿੱਖ ਉੱਠੇ, ਭਜਨ ਕਰੇ, ਸਿਮਰਨ ਕਰੇ। ਤੇ ਜਿਹਦੇ ਕੋਲ ਅੰਮ੍ਰਿਤ ਵੇਲਾ ਆ ਗਿਆ ਤੇ ਸੁਰਤ ਸ਼ਬਦ ਵਿੱਚ ਜੁੜਨ ਲੱਗ ਪਈ ਨਾ ਜੀ, ਹੌਲੀ ਹੌਲੀ ਸਹਿਜੇ ਸਹਿਜੇ ਵਿਕਾਰ ਸਾਰੇ ਆਪੇ ਹੀ ਛੁੱਟ ਜਾਣੇ ਜੀ, ਆਪੇ ਹੀ ਛੁੱਟ ਜਾਣੇ ਜੀ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਦੀ ਬਾਣੀ ਬੜੀ ਸਖਤ ਹੈਗੀ ਆ ਜੀ, ਅੰਮ੍ਰਿਤ ਵੇਲੇ ਦੇ ਪਰਥਾਏ ਜੀ। ਬਾਬਾ ਫਰੀਦ ਸਾਹਿਬ ਜੀ ਤੇ ਇੱਥੋਂ ਤੱਕ ਕਹਿੰਦੇ, ਫਰੀਦਾ ਪਿਛਲ ਪੈਰ ਨਾ ਜਾਗਿਓ, ਜੀਵੰਦੜੋ ਮੋਇਓ ਹੈ। ਜੇ ਤੂੰ ਪਿਛਲ ਪੈਰ ਨਹੀਂ ਜਾਗਦਾ, ਜਿਉਂਦਾ ਹੀ ਮਰੇ ਦੇ ਬਰਾਬਰ ਹੈਗਾ। ਕਹਿਣ ਲੱਗੇ ਅੰਮ੍ਰਿਤ ਵੇਲੇ ਦੀ ਕਿੱਡੀ ਵੱਡੀ ਮਹਾਨਤਾ। ਫਿਰ ਮਹਾਰਾਜ ਨੇ ਦੱਸਿਆ ਸਿੱਖ ਕੀ ਛਕੇ, ਕਿਸ ਤਰ੍ਹਾਂ ਛਕੇ, ਕਿੰਨਾ ਸੌਵੇਂ, ਕਿਸ ਤਰੀਕੇ ਨਾਲ ਸੌਵੇਂ। ਕਾਮ ਕ੍ਰੋਧ ਮੋਹ ਦਾ ਵਿਕਾਰ ਛੱਡੇ, ਝੂਠ ਨਿੰਦਿਆ ਕਰਨੀ ਛੱਡੇ। ਇਹ ਕੰਮ ਜਿਹੜਾ ਸਿੱਖ ਕਰੇਗਾ ਉਹ ਸਾਡੇ ਵਿੱਚ ਹੀ ਆ ਕੇ ਮਿਲ ਜਾਏਗਾ ਜੀ। ਬੜੀ ਅਮੋਲਕ ਸਿੱਖਿਆ ਸੀਗੀ ਕੱਲ ਜਿਹੜੀ ਸੰਗਤਾਂ ਨੇ ਤੁਸਾਂ ਨੇ ਸਰਵਣ ਕੀਤੀ। ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰਨਾ ਹੈ। ਭਾਗਾਂ ਵਾਲੇ ਗੁਰਸਿੱਖ ਸਨ ਜਿਨ੍ਹਾਂ ਨੇ ਗੁਰੂ ਜੀ ਦੀ ਸਿੱਖਿਆ ਸੁਣੀ ਤੇ ਸੁਣ ਕੇ ਹਿਰਦੇ ਵਿੱਚ ਧਾਰਨ ਕਰ ਲਈ ਜੀ।
ਮੁੱਖ ਮਸਲਾ ਇੱਥੇ ਆ ਕੇ ਰੁਕ ਜਾਂਦਾ ਹੈ। ਹਿਰਦੇ ਦੇ ਵਿੱਚ ਗੁਰੂ ਜੀ ਦੀ ਸਿੱਖਿਆ ਧਾਰਨ ਨਹੀਂ ਹੁੰਦੀ ਜੀ। ਭਾਗਾਂ ਵਾਲੇ ਸਿੱਖਾਂ ਨੇ ਸੁਣੀ ਤੇ ਹੋਰ ਜਿਨ੍ਹਾਂ ਦੇ ਵੱਡੇ ਭਾਗ ਸਨ ਉਹਨਾਂ ਨੇ ਸਿੱਖਿਆ ਧਾਰਨ ਕੀਤੀ ਤੇ ਵਾਹਿਗੁਰੂ ਜੀ ਦੇ ਨਾਮ ਵਿੱਚ ਉਹਨਾਂ ਦਾ ਪਿਆਰ ਲੱਗ ਗਿਆ ਜੀ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸੁਣਨੀ ਹੈ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਘਟ ਘਟ ਵਿਆਪਕ ਸਤਿਗੁਰੂ, ਜਿਮ ਆਕਾਸ਼ ਸਭ ਮਾਹੇ। ਭਾਈ ਸੰਤੋਖ ਸਿੰਘ ਜੀ ਲਿਖਦੇ, ਸਾਧ ਸੰਗਤ ਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਘਟਾਂ ਘਟਾਂ ਵਿੱਚ ਵਿਆਪਕ ਨੇ ਜੀ। ਹਰ ਥਾਂ ਗੁਰੂ ਅਮਰਦਾਸ ਸਾਹਿਬ ਮੌਜੂਦ ਨੇ। ਜਿਵੇਂ ਸਾਧ ਸੰਗਤ ਜੀ ਆਕਾਸ਼ ਸਾਰੀਆਂ ਥਾਵਾਂ ਤੇ ਮੌਜੂਦ ਹੈਗਾ ਜੀ। ਬੜੀ ਇੱਕ ਸੈਂਥੈਂਟਿਕ ਦੀ ਉਦਾਹਰਣ ਹੈ। ਕੋਈ ਬੰਦਾ ਕਿਤੇ ਜਾਵੇ ਇਹ ਨਹੀਂ ਕਹਿ ਸਕਦਾ ਵੀ ਉੱਥੇ ਆਕਾਸ਼ ਨਹੀਂ ਸੀ ਹੈਗਾ ਜੀ। ਆਕਾਸ਼ ਤੇ ਸਭ ਥਾਵਾਂ ਤੇ ਹੈਗਾ ਜੀ। ਕਹਿੰਦੇ ਜਿਵੇਂ ਆਕਾਸ਼ ਸਾਰੀਆਂ ਥਾਵਾਂ ਤੇ ਮੌਜੂਦ ਹੈ, ਇਸੇ ਤਰ੍ਹਾਂ ਸੱਚੇ ਪਾਤਸ਼ਾਹ ਗਰੀਬ ਨਵਾਜ਼ ਵੀ ਸਾਰੀਆਂ ਥਾਵਾਂ ਤੇ ਮੌਜੂਦ ਹਨ। ਤੂੰ ਸਭਨੀ ਥਾਈ ਜਿੱਥੈ ਹਉ ਜਾਈ। ਹਾਂਜੀ। ਸੋ ਜਾਣਹਿ ਇਸ ਭੇਵ ਕੋ, ਕਿਰਪਾ ਦ੍ਰਿਸ਼ਟ ਹੈ ਜਾਹੇ। ਪਰ ਸਾਰੇ ਬੰਦੇ ਇਸ ਗੱਲ ਨੂੰ ਸਮਝ ਨਹੀਂ ਸਕਦੇ ਜੀ। ਹਰ ਮਨੁੱਖ ਇਸ ਗੱਲ ਦਾ ਭੇਦ ਨਹੀਂ ਜਾਣ ਸਕਦਾ। ਕਵੀ ਸੰਤੋਖ ਸਿੰਘ ਲਿਖਦੇ, ਪਿਆਰਿਓ, ਗੁਰੂ ਜੀ ਨੂੰ ਹਰ ਥਾਂ ਤੇ ਉਹ ਬੰਦਾ ਵੇਖੇਗਾ ਜਿਸ ਉੱਤੇ ਮਿਹਰ ਦੀ ਦ੍ਰਿਸ਼ਟੀ ਹੈ, ਜਿਸ ਉੱਤੇ ਕਿਰਪਾ ਦੀ ਦ੍ਰਿਸ਼ਟੀ ਹੈ। ਜਿਹਦੇ ਉੱਤੇ ਮਿਹਰ ਕਿਰਪਾ ਨਹੀਂ ਨਾ ਜੀ ਹੈਗੀ ਜੀ, ਉਹ ਇਸ ਗੱਲ ਨੂੰ ਨਹੀਂ ਜਾਣ ਸਕਦਾ ਜੀ। ਉਹ ਸਮਝਦਾ ਗੁਰੂ ਗ੍ਰੰਥ ਸਾਹਿਬ ਤੇ ਗੁਰਦੁਆਰੇ ਹੀ ਹੈਗੇ ਆ, ਗੁਰਦੁਆਰੇ ਮੱਥਾ ਟੇਕ ਕੇ ਗੁਰੂ ਨੂੰ ਛੱਡ ਆਏ, ਹੁਣ ਨਹੀਂ ਕਿਤੇ ਲੋੜ ਹੈਗੀ ਜੀ। ਹਾਂਜੀ। ਪਰ ਜਿਨ੍ਹਾਂ ਉੱਤੇ ਮਿਹਰ ਹੁੰਦੀ ਹੈ ਨਾ, ਉਹ ਫਿਰ ਸਮਝਦੇ ਆ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਅੱਛਾ, ਪੜ੍ਹ ਲੈਣਾ ਵੀ ਹੋਰ ਹੈ, ਪੜ੍ਹ ਲੈਣਾ ਵੀ ਹੋਰ ਹੈ। ਜਿਨ੍ਹਾਂ ਉੱਤੇ ਮਿਹਰ ਹੋ ਜਾਂਦੀ ਉਹਨਾਂ ਦੀ ਖੇਡ ਵੱਖਰੀ ਹੋ ਜਾਂਦੀ ਜੀ। ਹਾਂਜੀ। ਚੌਪਈ। ਇੱਕ ਦਿਨ ਦੇਖ ਸਥਲ ਗੁਰ ਗਏ। ਇੱਕ ਦਿਨ ਸੱਚੇ ਪਾਤਸ਼ਾਹ ਲੰਗਰ ਵਾਲੀ ਜਗ੍ਹਾ ਗਏ ਜੀ, ਜਿੱਥੇ ਪੰਗਤਾਂ ਲੱਗਦੀਆਂ। ਹਾਂਜੀ। ਸਿੱਖ ਸਰਬ ਹੀ ਸੰਗੀ ਭਏ। ਮਹਾਰਾਜ ਜੀ ਦੇ ਸਾਰੇ ਸਿੱਖ ਗੁਰੂ ਸਾਹਿਬ ਜੀ ਦੇ ਨਾਲ ਸਨ ਜੀ ਉਸ ਸਮੇਂ। ਹਾਂਜੀ। ਲਵਣ ਬਹੀਨ ਉਗਰਾ ਖਾਇਵ। ਮਹਾਰਾਜ ਗਰੀਬ ਨਵਾਜ਼ ਦੀ ਫਿੱਕਾ ਦਲੀਆ ਛਕਣ ਲੱਗ ਪਏ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ। ਹਾਂਜੀ। ਪਾਣੀ ਪਾਨ ਕੀਨ ਤ੍ਰਿਪਤਾਇਵ। ਤੇ ਉੱਪਰੋਂ ਮਹਾਰਾਜ ਨੇ ਰੱਜ ਕੇ ਜਲ ਛਕਿਆ ਜੀ। ਹਾਂਜੀ। ਖਟ ਰਸ ਕੋ ਆਹਾਰ ਸ਼ੁਭ ਭਾਂਤੀ। 6 ਤਰ੍ਹਾਂ ਦਾ ਰਸਾਂ ਦਾ ਪ੍ਰਸ਼ਾਦਾ ਜਿਹੜਾ ਸੀ ਨਾ ਜੀ। ਹਾਂਜੀ। ਸਤ ਸੰਗਤ ਅਚਵਿਓ ਕਰ ਪਾਤੀ। ਉਹ ਸੰਗਤ ਵਾਸਤੇ ਤਿਆਰ ਸੀਗਾ ਜੀ। ਖੱਟੇ ਪਦਾਰਥ, ਲੂਣੇ ਪਦਾਰਥ, ਮਿੱਠੇ ਪਦਾਰਥ, ਕਸੈਲੇ ਪਦਾਰਥ, ਸਾਰੇ ਤਰ੍ਹਾਂ ਦੇ ਪਦਾਰਥ ਜਿਹੜੇ ਹੈ ਨਾ, ਉਹ ਸੰਗਤ ਵਾਸਤੇ ਤਿਆਰ ਸਨ ਜੀ। ਹਾਂਜੀ। ਸੂਖਮ ਉਦਨ ਪਾਇਸ ਕਨੀ। ਹਾਂਜੀ। ਸਰਪੀ ਸਿਤਾ ਸਵਾਦ ਸੋ ਸਨੀ। ਸੰਗਤ ਵਾਸਤੇ ਬਰੀਕ ਚੌਲ ਪਾ ਕੇ ਬੜੀ ਵਧੀਆ ਖੀਰ ਬਣੀ ਹੋਈ ਸੀਗੀ ਜੀ। ਹਾਂਜੀ। ਸੂਖਮ ਉਦਨ ਪਾਇਸ ਕਨੀ, ਵਧੀਆ ਚੌਲਾਂ ਦੀ ਖੀਰ ਬਣੀ ਹੋਈ ਸੀਗੀ ਜੀ। ਸਰਪੀ ਸਿਤਾ ਸਵਾਦ ਸਨੀ, ਤੇ ਜਿੱਥੇ ਵਿੱਚ ਖੰਡ ਪਈ ਹੈ ਨਾ, ਸੰਗਤ ਦੀ ਖੀਰ ਦੇ ਵਿੱਚ ਘਿਓ ਵੀ ਪਿਆ ਹੋਇਆ ਸੀਗਾ ਜੀ। ਹਾਂਜੀ। ਅਨੇਕ ਭਾਂਤ ਕੀ ਸੂਪ ਬਣਾਈ। ਹੋਰ ਬੜੇ ਤਰੀਕਿਆਂ ਦੀਆਂ ਸਬਜ਼ੀਆਂ ਸੰਗਤ ਵਾਸਤੇ ਤਿਆਰ ਸਨ ਜੀ। ਦਾਲ ਮਸਾਲੇ ਸਵਾਦ ਰਸਾਈ। ਬੜੇ ਬੜੇ ਮਸਾਲੇ ਪਾ ਕੇ ਬੜੀ ਬੜੀ ਸਵਾਦ ਵਸਤੂ ਜਿਹੜੀ ਸੀ ਉਹ ਤਿਆਰ ਕੀਤੀ ਗਈ ਜੀ। ਬਹੁਤ ਵਧੀਆ ਲੰਗਰ
ਗੁਰੂ ਜੀ ਦੀਆਂ ਸੰਗਤਾਂ ਵਾਸਤੇ ਤਿਆਰ ਕੀਤਾ ਗਿਆ ਜੀ। ਹਾਂਜੀ। ਗੋਧਮ ਚੂਨ ਸੋ ਫੁਲਕਾ ਕਰੈ। ਫਿਰ ਕਣਕ ਦੇ ਆਟਿਆਂ ਦਾ, ਵਾਹਿਗੁਰੂ ਕਣਕ ਦੇ ਆਟੇ ਦਾ ਪ੍ਰਸ਼ਾਦਾ ਜੀ। ਉਦੋਂ ਨਾ ਜੀ ਕਣਕ ਦਾ ਆਟਾ ਬੜਾ ਦੁਰਲੱਭ ਹੁੰਦਾ ਸੀਗਾ ਜੀ, ਬਹੁਤੇ ਮੱਕੀ ਦੇ ਬਾਜਰੇ ਦੇ ਇਹੋ ਹੀ ਚੱਲਦੇ ਹੁੰਦੇ ਸੀਗੇ ਜੀ। ਕਣਕ ਦੇ ਆਟੇ ਦਾ ਪ੍ਰਸ਼ਾਦਾ ਸਾਰੀਆਂ ਸੰਗਤਾਂ ਵਾਸਤੇ ਤਿਆਰ ਸੀਗਾ ਜੀ। ਮ੍ਰਿਦੁਲ ਪਾਤਰੇ ਬਹੁ ਕਰ ਧਰੈ। ਫਿਰ ਬੜੇ ਨਰਮ ਨਰਮ ਤੇ ਪਤਲੇ ਪਤਲੇ ਤੇ ਵਧੀਆ ਪ੍ਰਸ਼ਾਦੇ ਬਣਾਏ ਜੀ। ਬੇਬੀਆਂ ਧਿਆਨ ਨਾਲ ਸੁਣਿਓ ਜਿਹੜੀਆਂ ਲੰਗਰ ਪਕਾਉਂਦੀਆਂ ਜੀ। ਹਾਂਜੀ, ਉਹ ਵੇਖੀਦਾ ਜੀ ਗੁਰਪੁਰਬਾਂ ਤੇ ਜਦੋਂ ਬੀਬੀਆਂ ਲੰਗਰ ਪਕਾਉਂਦੀਆਂ ਉਹ ਪ੍ਰਸ਼ਾਦੇ ਸੜੇ ਹੀ ਹੁੰਦੇ ਜੀ ਵਿੱਚੋਂ ਜੀ। ਬੜੇ ਕਈ ਤੇ ਬਹੁਤ ਮੋਟੇ ਹੁੰਦੇ ਆ, ਆਟਾ ਵਿੱਚ ਕੱਚਾ ਹੁੰਦਾ ਜੀ। ਆ ਵੇਖ ਲਓ ਗੁਰੂ ਅਮਰਦਾਸ ਜੀ ਦਾ ਲੰਗਰ ਕਿਵੇਂ ਤਿਆਰ ਹੁੰਦਾ, ਗੱਜ ਕੇ ਆਖੋ ਵਾਹਿਗੁਰੂ। ਮ੍ਰਿਦੁਲ ਪਾਤਰੇ ਬਹੁ ਕਰ ਧਰੈ। ਫੁਲਕਾ ਬਣਿਆ, ਪ੍ਰਸ਼ਾਦਾ ਬਣਿਆ, ਪਰ ਬੜਾ ਨਰਮ ਹੈਗਾ ਜੀ, ਪਤਲੇ ਪਤਲੇ ਹੈ, ਬੜੇ ਵਧੀਆ ਪ੍ਰਸ਼ਾਦੇ ਹੈ ਜੀ। ਇਤਿਆਦਿਕ ਸ਼ੁਭ ਹੋਤ ਆਹਾਰਾ। ਪਿਖ ਕਰ ਬੁੱਢੇ ਬਾਕ ਉਚਾਰਾ। ਇਸ ਤਰੀਕੇ ਨਾਲ ਬੜਾ ਸੋਹਣਾ ਪ੍ਰਸ਼ਾਦਾ ਤਿਆਰ ਹੋਇਆ। ਖੀਰ ਬਣੀ, ਵਿੱਚ ਘਿਓ ਪਾਇਆ, ਸਬਜ਼ੀਆਂ ਬਣੀਆਂ ਨੇ, ਚੌਲ ਬਣੇ ਐ, ਫਿਰ ਪ੍ਰਸ਼ਾਦੇ ਬਣੇ ਆ ਬੜੇ ਵਧੀਆ। ਹਾਂਜੀ। ਸ਼੍ਰੀ ਸਤਿਗੁਰੂ ਜੀ ਪਰਮ ਕਿਰਪਾਲ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਦੇਖਿਆ ਜੀ, ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਬੇਨਤੀ ਕਰਨ ਲੱਗੇ ਜੀ। ਹੋਤ ਆਹਾਰ ਅਨੇਕ ਰਸਾਲ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਆਪ ਜੀ ਦੇ ਵਾਸਤੇ ਬੜਾ ਵਧੀਆ ਪ੍ਰਸ਼ਾਦਾ ਤਿਆਰ ਹੋਇਆ ਮਹਾਰਾਜ। ਹਾਂਜੀ, ਗੱਜ ਕੇ ਆਖੋ ਵਾਹਿਗੁਰੂ। ਆਪ ਜੀ ਦੀਆਂ ਸੰਗਤਾਂ ਵਾਸਤੇ ਵਾਹਿਗੁਰੂ। ਹਾਂਜੀ। ਸੋ ਸਭ ਸੰਗਤ ਅਚੈ ਸੋ ਚੀਨ। ਮਹਾਰਾਜ ਸੰਗਤ ਨੇ ਬੜੇ ਸਵਾਦੀ ਪਦਾਰਥ ਛਕੇ ਐ, ਖੀਰ ਛਕੀ ਐ, ਸਬਜ਼ੀਆਂ ਛਕੀਆਂ ਨੇ। ਹਾਂਜੀ। ਆਪ ਓਗਰਾ ਲਵਣ ਬਹੀਨ। ਪਰ ਸੱਚੇ ਪਾਤਸ਼ਾਹ ਤੁਸਾਂ ਫਿੱਕਾ ਦਲੀਆ ਹੀ ਛਕਿਆ ਮਹਾਰਾਜ। ਦਲੀਆ ਬਣਿਆ, ਉਹਦੇ ਵਿੱਚ ਵੀ ਲੂਣ ਮਿਰਚ ਨਹੀਂ ਹੈਗੀ, ਨਾ ਮਿੱਠਾ ਹੈਗਾ ਜੀ। ਮਹਾਰਾਜ ਆਪ ਜੀ ਨੇ ਦਲੀਆ ਹੀ ਛਕਿਆ ਫਿੱਕਾ ਜਿਹਾ। ਹਾਂਜੀ। ਇਹ ਸਿੱਖਣ ਕੇ ਉਚਿਤ ਨਾ ਕੋਈ। ਇਹ ਤੇ ਮਹਾਰਾਜ ਸਾਡੇ ਉਚਿਤ ਨਹੀਂ ਨਾ ਹੈਗਾ ਸੱਚੇ ਪਾਤਸ਼ਾਹ। ਹਾਂਜੀ। ਤੁਮ ਬਿਨ ਅਚਹਿ ਸਵਾਦ ਰਸ ਭੋਈ। ਤੁਸੀਂ ਫਿੱਕਾ ਦਲੀਆ ਛਕੋ, ਅਸੀਂ ਇੰਨਾ ਵਧੀਆ ਵਧੀਆ ਪ੍ਰਸ਼ਾਦਾ ਛਕੀਏ। ਗੱਜ ਕੇ ਆਖੋ ਵਾਹਿਗੁਰੂ। ਹੁਣ ਇੱਥੇ 1 ਮਿੰਟ ਲਈ ਮੈਂ ਬੇਨਤੀ ਕਰਾਂ, ਇਹ ਵੀ ਪਿਆਰ ਵਾਲਾ ਸਿੱਖ ਸੋਚਦਾ ਜੀ, ਸਾਰੇ ਨਹੀਂ ਸੋਚਦੇ ਜੀ ਵੀ ਗੁਰੂ ਸਾਹਿਬ ਵਾਸਤੇ ਵਧੀਆ ਪ੍ਰਸ਼ਾਦਾ ਤਿਆਰ ਕਰਨਾ। ਨਹੀਂ ਤੇ ਤੁਹਾਨੂੰ ਪਤਾ ਹੀ ਹੈ ਜੋ ਸਾਡੇ ਹਾਲ ਹੈਗੇ ਜੀ। ਬਾਬਾ ਬੁੱਢਾ ਸਾਹਿਬ ਜੀ ਦੇ ਅੰਦਰ ਪ੍ਰੇਮ ਹੈਗਾ ਜੀ। ਬਾਬਾ ਜੀ ਕਹਿਣ ਲੱਗੇ ਮਹਾਰਾਜ ਸਾਡੇ ਵਾਸਤੇ ਇੰਨੇ ਵਧੀਆ ਤੇ ਆਪ ਜੀ ਵਾਸਤੇ ਫਿੱਕਾ ਹੀ ਦਲੀਆ। ਹਾਂਜੀ। ਜਸ ਤੁਮ ਅਚਹੋ ਚਾਹੇ ਕਰ ਚਿਤ ਮੈਂ। ਸੋ ਸਿੱਖ ਅਚਹਿ ਰੀਤ ਇਹ ਹਿਤ ਮੈਂ। ਜਿਹੜਾ ਪ੍ਰਸ਼ਾਦਾ ਤੁਸੀਂ ਛਕੋ ਮਹਾਰਾਜ ਉਹ ਸਾਨੂੰ ਛਕਣਾ ਚਾਹੀਦਾ ਜੀ। ਹਾਂਜੀ। ਤੁਮਰੇ ਬਿਨਾ ਖਾਹੇ ਨਹਿ ਨੀਕੇ। ਮਹਾਰਾਜ ਮੇਰਾ ਤੇ ਮਨ ਨਹੀਂ ਕਰਦਾ ਤੁਹਾਡੇ ਤੋਂ ਬਗੈਰ ਮੈਂ ਵਧੀਆ ਵਧੀਆ ਪਦਾਰਥ ਛਕਾਂ ਜੀ। ਗੱਜ ਕੇ ਆਖੋ ਵਾਹਿਗੁਰੂ। ਕਿੱਡੀ ਵੱਡੀ ਗੱਲ ਹੈਗੀ ਜੀ, ਕਿੰਨੀ ਸ਼ਰਧਾ ਬਾਬਾ ਜੀ ਦੀ ਗੁਰੂ ਸਾਹਿਬ ਜੀ ਉੱਤੇ। ਮੇਰੇ ਗੁਰੂ ਜੀ ਵਧੀਆ ਪਦਾਰਥ ਨਹੀਂ ਛਕ ਰਹੇ ਤੇ ਮੈਂ ਕਿਉਂ ਛਕ ਰਿਹਾ ਜੀ। ਚਾਹੀਦਾ ਤੇ ਮੇਰੇ ਗੁਰੂ ਜੀ ਵਾਸਤੇ ਹੈ ਵਧੀਆ ਜੀ। ਤੇ ਸਾਡਾ ਕੀ ਹਾਲ ਹੈ ਜੀ, ਜਦੋਂ ਵਧੀਆ ਪਦਾਰਥ ਵਿਖੇ ਸਾਨੂੰ ਆਪਣਾ ਹੀ ਪੇਟ ਚੇਤੇ ਆਉਂਦਾ ਹੈ ਜੀ। ਹਾਂਜੀ। ਏਵ ਮਨੋਰਥ ਹੈ ਮਮ ਹੀ ਕੇ। ਮੇਰਾ ਤਾਂ ਇਹੋ ਹੀ ਮਨੋਰਥ ਹੈ, ਤੁਸੀਂ ਛਕੋਗੇ ਤੇ ਮੈਂ ਛਕਣਾ ਮਹਾਰਾਜ। ਹਾਂਜੀ। ਬਹੁਤ ਦਿਨ ਕੋ ਮੈਂ ਚਾਹਤ ਰਹਿਓ। ਬੜੇ ਦਿਨਾਂ ਦੀ ਮੈਂ ਬੇਨਤੀ ਕਰਨਾ ਚਾਹੁੰਦਾ ਸਾਂ, ਪਰ ਮਹਾਰਾਜ ਮੇਰੀ ਹਿੰਮਤ ਨਹੀਂ ਸੀ ਪੈ ਰਹੀ। ਹਾਂਜੀ। ਆਜ ਸੁਨਾਇਓ ਅਵਸਰ ਲਹਿਓ। ਅੱਜ ਮੈਨੂੰ ਸਮਾਂ ਮਿਲ ਗਿਆ, ਇਸ ਕਰਕੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰ ਰਿਹਾ ਮਹਾਰਾਜ ਅਸੀਂ ਇੰਨੇ ਵਧੀਆ ਵਧੀਆ ਪਦਾਰਥ ਤੇ ਆਪ ਜੀ ਫਿੱਕਾ ਹੀ ਦਲੀਆ। ਹਾਂਜੀ। ਸੁਨ ਪ੍ਰਸੰਨ ਬੁੱਢੇ ਪਰ ਭਏ। ਗੱਜ ਕੇ ਆਖੋ ਵਾਹਿਗੁਰੂ।
ਤੇ ਇੱਕ ਵਾਰੀ ਨਾ ਗੱਜ ਕੇ ਪ੍ਰੇਮ ਨਾਲ ਕਹੋ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਜਦੋਂ ਮਹਾਰਾਜ ਨੇ ਬਾਬਾ ਜੀ ਦੀ ਗੱਲ ਸੁਣੀ, ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ ਜੀ ਬਾਬਾ ਜੀ ਤੇ ਜੀ। ਕਈ ਘਰਾਂ ਵਿੱਚ ਮਹਾਰਾਜ ਜੀ ਦਾ ਸਰੂਪ ਵੇਖਿਆ ਜੀ, ਜਿਹੜੇ ਘਰਾਂ 'ਚ ਸੁਭਾਏਮਾਨ ਕਰਦੇ ਹੈ। ਪਿਆਰਿਓ, ਗੁਰੂ ਸਾਹਿਬ ਜੀ ਦੇ ਸਰੂਪ ਦਾ ਕੋਈ ਸਤਿਕਾਰ ਨਹੀਂ ਜੀ। ਆਪਣੇ ਵਾਸਤੇ ਬੜੇ ਬੜੇ ਵਧੀਆ ਕਮਰੇ, ਬੜੇ ਬੜੇ ਵਧੀਆ ਬੈੱਡ ਤੇ ਬੜੀਆਂ ਸੋਹਣੀਆਂ ਚਾਦਰਾਂ, ਤੇ ਗੁਰੂ ਸਾਹਿਬ ਜੀ ਦਾ ਕੋਈ ਸਤਿਕਾਰ ਨਹੀਂ ਜੀ ਉੱਥੇ ਜੀ। ਤੇ ਕਿਵੇਂ ਗੱਲ ਬਣੇਗੀ? ਸਿੱਖ ਦਾ ਹਿਰਦਾ ਤੇ ਗੁਰੂ ਦੇ ਪਿਆਰ ਨਾਲ ਭਰਿਆ ਪਿਆ ਹੁੰਦਾ ਜੀ। ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਤੇ ਬੜੇ ਖੁਸ਼ ਹੋਏ ਜੀ। ਹਾਂਜੀ, ਇਸ ਪ੍ਰਕਾਰ ਕੋ ਉੱਤਰ ਦਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਬੁੱਢਾ ਜੀ ਨੂੰ ਉੱਤਰ ਦੇਣ ਲੱਗੇ ਜੀ। ਹਾਂਜੀ, ਗੁਰਮੁਖ ਸੰਗਤ ਅਰ ਮਮ ਮਾਹੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਬਾਬਾ ਜੀ ਜਿਹੜੀ ਗੁਰਮੁਖ ਸੰਗਤ ਹੈ, ਗੁਰਮੁਖ ਸੰਗਤ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਹੈਗਾ। ਕਹਿਣ ਲੱਗੇ, ਹਾਂਜੀ, ਹੁਣ ਇਹ ਥੋੜੀ ਹੈ ਸਾਰੇ ਸ਼ਰਾਬ ਪੀ ਕੇ ਬੈਠੇ ਹੋਣ ਜੀ ਤੇ ਆਖਣ ਅਸੀਂ ਗੁਰਮੁਖ ਸੰਗਤ ਹੈਗੇ ਆ। ਨਹੀਂ ਨਹੀਂ ਨਹੀਂ, ਉਹ ਪ੍ਰੇਮੀ ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੈਗਾ ਜੀ। ਗੁਰਮੁਖ ਸੰਗਤ ਜਿਹੜੇ ਗੁਰੂ ਦੀ ਸਿੱਖਿਆ ਨੂੰ ਹਿਰਦੇ 'ਚ ਮੰਨਦੇ ਆ, ਉਹ ਸੰਗਤ ਤੇ ਸਾਡੇ ਵਿੱਚ ਫਰਕ ਕੋਈ ਨਹੀਂ ਹੈਗਾ। ਹਾਂਜੀ, ਭੇਦ ਦੋਹਨ ਮੈਂ ਜਾਣੋ ਨਾਹੀ। ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ, ਅਸੀਂ ਦੋਵਾਂ ਵਿੱਚ ਭੇਦ ਨਹੀਂ ਜਾਣਦੇ। ਸਾਡੇ ਵਿੱਚ ਤੇ ਸਾਡੀ ਸੰਗਤ ਵਿੱਚ ਫਰਕ ਨਹੀਂ ਕੋਈ ਹੈਗਾ ਜੀ। ਹਾਂਜੀ, ਮੈਂ ਸੰਗਤ ਕੇ ਸੰਗ ਅਭੇਵ। ਮਹਾਰਾਜ ਕਹਿਣ ਲੱਗੇ, ਮੈਂ ਸੰਗਤ ਦੇ ਵਿੱਚ ਹੀ ਮਿਲਿਆ, ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਹਾਂਜੀ, ਸੁਖ ਤੇ ਸੁਖੀ, ਖੇਦ ਤੇ ਖੇਦ। ਧੰਨ ਗੁਰੂ ਅਮਰਦਾਸ ਸਾਹਿਬ ਵੇਖੋ ਸੰਗਤ ਨੂੰ ਕਿੰਨਾ ਵੱਡਾ ਰਤਬਾ ਦੇ ਰਹੇ ਆ। ਮਹਾਰਾਜ ਕਹਿਣ ਲੱਗੇ, ਬਾਬਾ ਜੀ ਸੰਗਤ ਸੁਖੀ ਹੈ ਤੇ ਮੈਂ ਸੁਖੀ ਹਾਂ। ਜੇ ਸੰਗਤ ਮੁਸ਼ਕਲ ਵਿੱਚ ਹੈਗੀ ਤੇ ਮੈਂ ਵੀ ਮੁਸ਼ਕਲ ਵਿੱਚ ਹੀ ਹੈਗਾ। ਕਹਿਣ ਲੱਗੇ, ਹਾਂਜੀ, ਸੋ ਸੰਗਤ ਰੁਚ ਕਰਤ ਆਹਾਰਾ, ਸੋ ਮੁਝ ਪਹੁੰਚੈ ਸਵਾਦਲ ਸਾਰਾ। ਜੋ ਸੰਗਤ ਰੁਚ ਕਰਤ ਆਹਾਰਾ, ਸੋ ਸੰਗਤ ਜਿਹੜੀ ਹੈ ਉਹ ਜਿਹੜਾ ਪ੍ਰਸ਼ਾਦਾ ਰੁਚੀ ਨਾਲ ਛਕਦੀ ਹੈ ਨਾ, ਉਹ ਸਾਡੇ ਤੱਕ ਆਪੇ ਹੀ ਪਹੁੰਚ ਜਾਂਦਾ। ਮਹਾਰਾਜ ਕਹਿਣ ਲੱਗੇ, ਇਸੇ ਕਰਕੇ ਕਹਿੰਦੇ ਆ, ਜੋ ਗੁਰੂ ਨੂੰ ਛਕਾਉਣਾ ਉਹ ਗੁਰੂ ਦੀਆਂ ਸੰਗਤਾਂ ਨੂੰ ਛਕਾ ਦਿਓ, ਗੁਰੂ ਤੱਕ ਆਪੇ ਪਹੁੰਚ ਜਾਏਗਾ ਜੀ। ਹਾਂਜੀ, ਕਰਤੇ ਚੁਰਾ ਬਚਨ ਇਮ ਕਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਖਾਇਆ ਜੀ ਬਾਬਾ ਬੁੱਢਾ ਜੀ ਨੂੰ। ਗੱਜ ਕੇ ਆਖੋ ਵਾਹਿਗੁਰੂ। ਨਿਰੀਆਂ ਗੱਲਾਂ ਹੀ ਥੋੜੀ ਕੀਤੀਆਂ ਜੀ, ਮਹਾਰਾਜ ਨੇ ਵਿਖਾਇਆ। ਨਾਲ ਨਾਲ ਤੁਰੀ ਗਏ ਤੇ ਜਲ ਲੈ ਕੇ ਚੁਲਾ ਕੀਤਾ ਸੱਚੇ ਪਾਤਸ਼ਾਹ ਜੀ ਨੇ। ਹਾਂਜੀ, ਦੇਖੋ ਮੁਖ ਮੇਰੇ ਮੈਂ ਆਹੈ। ਤੇ ਜਦੋਂ ਚੁਲਾ ਕੀਤਾ ਤੇ ਮਹਾਰਾਜ ਕਹਿੰਦੇ, ਬਾਬਾ ਜੀ ਵੇਖੋ ਸਾਡੇ ਮੁਖ ਚੋਂ ਕੀ ਨਿਕਲਿਆ। ਹਾਂਜੀ, ਕਰਕੇ ਚੁਰਾ ਦਿਖਾਵਨ ਕੀਨਾ। ਜਦੋਂ ਉਹ ਚੁਲਾ ਕਰਕੇ ਵਿਖਾਇਆ ਨਾ ਜੀ ਬਾਬਾ ਜੀ ਨੂੰ, ਸਕਲ ਅਸਨ ਕੰਨ ਤਿਸ ਮੈਂ ਚੀਨਾ। ਤੇ ਪਿਆਰਿਓ ਜਿਹੜੀ ਵਸਤੂ ਅਸੀਂ ਛਕਦੇ ਚੁਲੀ ਕਰਦੇ ਉਹਦਾ ਕੋਈ ਨਾ ਕੋਈ ਕਿਣਕਾ ਤੇ ਬਾਹਰ ਆਉਂਦਾ ਹੀ ਹੈ ਜੀ। ਤੇ ਮਹਾਰਾਜ ਨੇ ਚੁਲੀ ਰਾਹੀਂ ਵਿਖਾ ਦਿੱਤਾ। ਉਹ ਸਬਜ਼ੀਆਂ ਖੀਰ ਸਾਰਾ ਚੁਲੀ ਰਾਹੀਂ ਬਾਹਰ ਕੱਢ ਕੇ ਵਿਖਾਇਆ ਮਹਾਰਾਜ ਨੇ ਜੀ। ਹਾਂਜੀ, ਪਾਇਸ ਆਦਿਕ ਦੇਖਨ ਕਰੇ। ਉਹ ਖੀਰ ਆਦਿ ਦੇ ਕਿਣਕੇ ਜਿਹੜੇ ਸਨ ਨਾ ਜੀ, ਉਹ ਬਾਬਾ ਜੀ ਨੇ ਚੁਲੀ ਵਿੱਚ ਵੇਖੇ ਜੀ। ਸਭ ਮਹਿ ਗੁਰੂ ਰੂਪ ਨਿਜ ਧਰੇ। ਤੇ ਪਤਾ ਲੱਗਾ ਜੋ ਸੰਗਤ ਛਕ ਰਹੀ ਸਭ ਗੁਰੂ ਜੀ ਛਕ ਰਹੇ ਆ। ਗੱਜ ਕੇ ਆਖੋ ਵਾਹਿਗੁਰੂ। ਇੱਕ ਸਿੱਖ ਸੀਗਾ ਜੀ, ਉਹਨੇ ਸਾਗ ਬਣਾਇਆ ਬੜੀ ਮਿਹਨਤ ਨਾਲ, ਤੇ 10ਵੇਂ ਪਾਤਸ਼ਾਹ ਜੀ ਵਾਸਤੇ ਲੈ ਕੇ ਜਾ ਰਿਹਾ ਜੀ। ਹੁਣ ਵੀ ਪ੍ਰੇਮੀ ਇੰਜ ਕਰਦੇ ਆ। ਰਸਤੇ 'ਚ 3 ਸਿੱਖ ਬੈਠੇ, ਉਹਨਾਂ ਘੇਰ ਲਿਆ, ਕਹਿੰਦੇ ਸਾਨੂੰ ਭੁੱਖ ਲੱਗੀ ਛਕਾ। ਉਹਨੂੰ ਜ਼ਬਰਦਸਤੀ ਸਿੱਖਾਂ ਨੇ ਲੈ ਕੇ ਉਹਦੇ ਕੋਲੋਂ ਛਕ ਲਿਆ। ਉਹ ਉਦਾਸ ਹੋ ਗਿਆ ਥੋੜਾ। ਸਿੱਖ ਪੁੱਛਦੇ ਕੀ ਗੱਲ ਹੈ? ਕਹਿਣ ਲੱਗਾ ਮੈਂ ਇਹ ਪਦਾਰਥ ਗੁਰੂ ਸਾਹਿਬ ਵਾਸਤੇ ਤਿਆਰ ਕੀਤਾ ਸੀ। ਕਹਿੰਦੇ ਕੋਈ ਗੱਲ ਨਹੀਂ, ਮਹਾਰਾਜ ਨੇ ਛਕ ਲਿਆ, ਆਪਾਂ ਅਰਦਾਸ ਕਰ ਦਿੰਦੇ ਆ। ਪਿਆਰਿਓ ਸਿੱਖ ਜਦੋਂ ਨੂੰ ਪਹੁੰਚਿਆ ਤੇ ਦੇਗੀਆ ਸਿੱਖ, ਰਸੋਈਆ ਸਿੱਖ
ਥਾਲ ਸਜਾ ਕੇ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਲੈ ਕੇ ਆਇਆ। ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕ ਲਓ। ਮਹਾਰਾਜ ਕਹਿੰਦੇ ਅਸੀਂ ਰੱਜੇ ਆ। ਉਹ ਕੁਝ ਸਮੇਂ ਬਾਅਦ ਫੇਰ ਆ ਗਿਆ। ਮਹਾਰਾਜ ਛਕ ਲਓ। ਮਹਾਰਾਜ ਕਹਿੰਦੇ ਅਸੀਂ ਰੱਜੇ ਆ। ਉਹ ਸਿੱਖ ਉੱਥੇ ਬੈਠਾ ਸੀਗਾ। ਦੇਗੀਆ ਕਹਿਣ ਲੱਗਾ ਵੀ ਤੁਸੀਂ ਤੇ ਮਹਾਰਾਜ ਦੇ ਕੁਝ ਛਕਿਆ ਹੀ ਨਹੀਂ ਹੈ। ਮਹਾਰਾਜ ਕਹਿੰਦੇ ਅਸੀਂ ਸਾਗ ਛਕਿਆ। ਗੱਜ ਕੇ ਆਖੋ। ਉਹ ਸਿੱਖ ਦਾ ਸ਼ੰਕਾ ਹੱਲ ਹੋ ਗਿਆ ਵੀ ਵਾਹ 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 ਵਾਹ, ਉਹ ਮੇਰਾ ਸਾਗ ਪਹੁੰਚ ਗਿਆ ਮਹਾਰਾਜ ਤੱਕ। ਇੱਕ ਨਹੀਂ, ਇਹਦੇ ਤੇ ਬੜੀਆਂ ਸਾਖੀਆਂ ਨੇ ਜੀ। ਭਾਈ ਕੱਟੂ ਦਾ ਉਹ ਜਿਹੜਾ ਸ਼ਹਿਦ ਸੀਗਾ 6ਵੇਂ ਪਾਤਸ਼ਾਹ ਦਾ ਪ੍ਰਸੰਗ, ਉਹ ਵੀ ਤੁਹਾਨੂੰ ਪਤਾ। ਸੋ ਜਿਹੜਾ ਸਿੱਖਾਂ ਨੂੰ ਛਕਾਓ ਨਾ, ਉਹ ਗੁਰੂ ਸਾਹਿਬ ਤੱਕ ਆਪੇ ਹੀ ਪਹੁੰਚ ਜਾਂਦਾ ਜੀ। ਹਾਂਜੀ, ਆਪ ਅਚਾਵਹਿ ਅਚਵਹਿ ਆਪੇ। ਤੇ ਆਪ ਹੀ ਵੇਖੋ ਸੰਗਤ ਨੂੰ ਤਿਆਰ ਕਰ ਕਰ ਛਕਾਉਂਦੇ ਆ ਮਹਾਰਾਜ। ਆਪ ਹੀ ਸੰਗਤ ਰੂਪ ਹੋ ਕੇ ਛਕਦੇ ਆ। ਹਾਂਜੀ, ਆਪੇ ਸਭ ਘਟ ਥਾਪ ਉਥਾਪੇ। ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਫੁਰਨਾ ਬਣਾਇਆ। ਇਹ ਮਹਾਰਾਜ ਦੀ ਆਪਣੀ ਲੀਲਾ ਹੈ ਸਾਰੀ। ਗੱਜ ਕੇ ਆਖੋ ਵਾਹਿਗੁਰੂ। ਅਸੀਂ ਨਹੀਂ ਕੁਝ ਕਰ ਸਕਦੇ। ਹਾਂਜੀ, ਸਗਰੀ ਅੰਨ ਅੰਸ਼ ਦਿਖਰਾਈ। ਸਾਰਾ ਪਦਾਰਥ ਜਿਹੜੇ ਸਨ ਉਹਨਾਂ ਦੀ ਅੰਸ਼ ਜਿਹੜੀ ਹੈ ਉਹ ਮਹਾਰਾਜ ਨੇ ਚੁਲੀ ਵਿੱਚ ਵਿਖਾ ਦਿੱਤੀ ਜੀ। ਹਾਂਜੀ, ਪੁੰਨ ਸ਼੍ਰੀ ਸਤਿਗੁਰ ਬਰਨ ਸੁਨਾਈ। ਇਹ ਕਹਿ ਕੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਹੋਰ ਕਿਰਪਾ ਕੀਤੀ ਜੀ। ਬਚਨ ਵੀ ਸੁਣਾਏ ਬਾਬਾ ਬੁੱਢਾ ਜੀ ਨੂੰ। ਹਾਂਜੀ, ਦੰਤਨ ਜਾੜਨ ਮਹਿ ਲਗ ਜੋਈ। ਸਿੱਖ ਕੋ ਕੀਨ ਦਿਖਾਵਨ ਸੋਈ। ਅੱਛਾ, ਇਹ ਕਾਰਜ ਕਦੀ ਨਹੀਂ ਸੀ ਮਹਾਰਾਜ ਨੇ ਕੀਤਾ, ਅੱਜ ਹੀ ਕਰਕੇ ਵਿਖਾ ਰਹੇ ਆ। ਮਹਾਰਾਜ ਮੁੱਖ ਖੋਲ ਕੇ ਕਹਿੰਦੇ ਵੇਖੋ ਮੇਰੀਆਂ ਦਾੜਾਂ 'ਚ ਕੀ ਲੱਗਾ। ਗੱਜ ਕੇ ਆਖੋ। ਮਹਾਰਾਜ ਕਹਿੰਦੇ ਵੇਖੋ ਲੱਗੀ ਨਾ ਖੀਰ। ਮਹਾਰਾਜ ਕਹਿੰਦੇ ਅਸੀਂ ਛਕੀ ਹੈ। ਹਾਂਜੀ, ਪਰਮ ਹੇਤੂ ਬ੍ਰਿਧ ਤੂੰ ਬੁੱਧਵੰਤਾ। ਮਹਾਰਾਜ ਕਹਿੰਦੇ ਬਾਬਾ ਜੀ ਤੁਸੀਂ ਸਾਡੇ ਪ੍ਰਿਯ ਹੋ, ਪਿਆਰੇ ਹੋ, ਬੜੇ ਸਿਆਣੇ ਹੋ। ਹਾਂਜੀ, ਨਿਸ਼ਚੈ ਮੇਰੋ ਇਹੀ ਮਤੰਤਾ। ਮੇਰੀ ਇਹ ਮਤ ਨਿਸ਼ਚੈ ਕਰ ਲੋ, ਜੋ ਸੰਗਤ ਛਕਦੀ ਉਹ ਮੈਂ ਛਕਦਾ। ਕਦੀ ਗੁਰੂ ਸਾਹਿਬ ਨੂੰ ਕੁਝ ਛਕਾਉਣ ਦਾ ਜੀ ਕਰੇ ਨਾ, ਉਹ ਗੁਰੂ ਦੀਆਂ ਸੰਗਤਾਂ ਵਿੱਚ ਲਿਆ ਕੇ ਵਰਤਾ ਦਿਆ ਕਰੋ। ਸਮਝੋ ਸਤਿਗੁਰੂ ਤੱਕ ਪਹੁੰਚ ਗਿਆ ਜੀ। ਹਾਂਜੀ, ਸੰਗਤ ਅਚਹਿ ਪ੍ਰੇਮ ਕੇ ਨਾਲ। ਸੰਗਤ ਮਹਾਰਾਜ ਕਹਿੰਦੇ ਜੋ ਪਿਆਰ ਨਾਲ ਛਕਦੀ ਹੈ। ਹਾਂਜੀ, ਸੋ ਮੁਝ ਪਹੁੰਚੈ ਸਭ ਹੀ ਕਾਲ। ਉਹ ਸਦਾ ਮੇਰੇ ਕੋਲ ਆਪੇ ਹੀ ਪਹੁੰਚ ਜਾਂਦਾ। ਗੱਜ ਕੇ ਆਖੋ। ਹਾਂਜੀ, ਸੰਗਤ ਮੋਬਿਨ ਦੂਸਰ ਨਾਹੀ। ਏਕ ਰੂਪ ਜਾਨੋ ਮਨ ਮਾਹੀ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਬਾ ਜੀ ਗੁਰੂ ਦੀ ਸੰਗਤ ਤੇ ਗੁਰੂ ਨੂੰ ਇੱਕ ਰੂਪ ਹੀ ਜਾਣਨਾ ਜੀ। ਗੁਰੂ ਦੀ ਸੰਗਤ ਤੇ ਗੁਰੂ ਇੱਕ ਰੂਪ ਹੀ ਹੈ। ਇਹ ਨਹੀਂ ਸੰਗਤ ਨੂੰ ਮਾਰੇ ਦਬਕੇ ਤੇ ਗੁਰੂ ਨੂੰ ਖੁਸ਼ ਕਰਨ ਦਾ ਯਤਨ ਕਰੇ। ਗੁਰੂ ਨੇ ਖੁਸ਼ ਨਹੀਂ ਹੋਣਾ ਜੀ। ਹਾਂਜੀ, ਸੁਨ ਕਰ ਬ੍ਰਿਧ ਬਚਨ ਸਤਿਗੁਰ ਕੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣੇ ਜੀ। ਹਾਂਜੀ, ਮਹਾ ਪ੍ਰਮੋਦ ਪ੍ਰੇਮ ਜੁਤ ਧਰ ਕੇ। ਤੇ ਬਾਬਾ ਜੀ ਬੜੇ ਖੁਸ਼ ਹੋਏ ਜੀ, ਬੜੇ ਪ੍ਰਸੰਨ ਹੋਏ। ਵਾਹ ਸੱਚੇ ਪਾਤਸ਼ਾਹ ਤੁਹਾਡੀ ਖੇਡ ਕਮਾਲ ਹੈ। ਹਾਂਜੀ, ਚਰਨ ਕਮਲ ਪਰ ਸੀਸ ਟਿਕਾਇਓ। ਤੇ ਬਾਬਾ ਜੀ ਨੇ ਪਤਾ ਕੀ ਕੀਤਾ ਜੀ। ਧੰਨ ਬਾਬਾ ਬੁੱਢਾ ਸਾਹਿਬ ਜੀ ਪਿਆਰ ਵਿੱਚ ਆਏ ਤੇ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਸਿਰ ਟਿਕਾਈ ਦਿੱਤਾ ਜੀ। ਲਓ ਸੁਰਤ ਕਰਕੇ ਟਿਕਾਓ। ਆਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਹਾਂ, ਸੋ ਜਸ ਵਿਸਾਲ ਕਰਤ ਹੁਲਸਾਇਓ। ਤੇ ਮਹਾਰਾਜ ਦਾ ਬੜਾ ਜਸ ਕੀਤਾ। ਇੰਨਾ ਵੱਡਾ ਮਾਣ ਜੀ। ਨਹੀਂ ਤੇ ਇਹੋ ਜਿਹੇ ਵੀ ਗੁਰੂ ਹੈਗੇ ਚ ਜਿਹੜੇ ਸੰਗਤ ਨੂੰ ਦਬਕੇ ਵੀ ਮਾਰਦੇ ਤੇ ਟਿੱਚ ਵੀ ਨਹੀਂ ਜਾਣਦੇ ਜੀ। ਪਰ ਗੁਰੂ ਅਮਰਦਾਸ ਸਾਹਿਬ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਨੂੰ ਬੜਾ ਹੀ ਮਾਣ ਦਿੰਦੇ ਜੀ। ਬੜਾ ਹੀ ਮਾਣ ਦਿੰਦੇ ਜੀ। ਇੱਥੋਂ ਤੱਕ ਇੱਕ ਸਾਡੇ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਗੁਰੂ 20 ਬਿਸਵੇ ਸੰਗਤ 21 ਬਿਸਵੇ। ਹਾਂਜੀ, ਸੰਗਤ ਅਧਿਕ ਬ੍ਰਿਧੀ ਗੁਰ ਕੇਰੀ। ਉਧਰੋਂ ਇਹ ਪਿਆਰ ਬੜਾ ਮਹਾਰਾਜ ਸੰਗਤ ਨਾਲ ਕਰਦੇ ਜੀ। ਜਦੋਂ ਸੰਗਤ ਨਾਲ ਪਿਆਰ ਕਰਨਾ ਸੰਗਤ ਨੇ ਵਧਣਾ ਜੀ।
ਸੰਗਤ ਬੜੀ ਵੱਧ ਗਈ ਜੀ ਗੁਰੂ ਘਰ ਵਿੱਚ। ਸ਼ੁਭ ਮਤ ਪ੍ਰਾਪਤ ਭਈ ਵਡੇਰੀ। ਸਾਰੀ ਸੰਗਤ ਹੀ ਬੜੀ ਸਿਆਣੀ ਹੈ, ਨਾਮ ਜਪਣ ਵਾਲੀ ਹੈ, ਭਜਨ ਕਰਨ ਵਾਲੀ ਹੈ। ਸਿੱਖੀ ਰੀਤ ਮਹਿਦ ਵਿਸਤਾਰੀ। ਮਹਾਰਾਜ ਨੇ ਸਿੱਖੀ ਦਾ ਬੜਾ ਵਿਸਥਾਰ ਕੀਤਾ, ਬੜਾ ਪ੍ਰਚਾਰ ਕੀਤਾ ਸੱਚੇ ਪਾਤਸ਼ਾਹ ਜੀ ਨੇ। ਵਿਸ਼ੇ ਬਾਸ਼ਨਾ ਸਭ ਨਿਰਵਾਰੀ। ਵਿਸ਼ੇ ਵਾਸ਼ਨਾਵਾਂ ਸਾਰਿਆਂ ਦੀਆਂ ਗੁਰੂ ਜੀ ਨੇ ਕਿਰਪਾ ਕਰਕੇ ਦੂਰ ਕਰ ਦਿੱਤੀਆਂ ਜੀ। ਗੱਜ ਕੇ ਆਖੋ ਹਾਂਜੀ। ਸਤਿਗੁਰ ਨੇਮ ਸਦਾ ਨਿਰਬਾਹ ਹੈ, ਜਾਮ ਜਾਮਨੀ ਜਾਗਨ ਕਾ ਹੈ। ਹੁਣ ਮਹਾਰਾਜ ਦਾ ਇਹ ਨੇਮ ਇੱਕ ਅੱਧੇ ਦਿਨ ਦਾ ਨਹੀਂ ਹੈ। ਅੰਮ੍ਰਿਤ ਵੇਲੇ ਇੱਕ ਪੈਰ ਰਾਤ ਰਹਿੰਦਿਆਂ ਸੱਚੇ ਪਾਤਸ਼ਾਹ ਉੱਠ ਜਾਂਦੇ ਆ ਜੀ ਆਰਾਮ ਤੋਂ ਅੰਮ੍ਰਿਤ ਵੇਲੇ। ਹਾਂਜੀ। ਉੱਠ ਹੈ ਕਿਰਿਆ ਨਿਤ ਕੀ ਕਰ ਸਾਰੀ। ਉੱਠ ਕੇ ਹਰ ਰੋਜ਼ ਦੀ ਕਿਰਿਆ ਕਰਦੇ ਸੱਚੇ ਪਾਤਸ਼ਾਹ। ਕਰਹਿ ਸੌਚ ਸੰਗ ਮ੍ਰਿਤ ਕਾ ਬਾਰੀ। ਤੇ ਪਿਆਰਿਓ ਬੌੜੀ ਸਾਹਿਬ ਦੇ ਜਲ ਨਾਲ ਮਹਾਰਾਜ ਸੱਚੇ ਪਾਤਸ਼ਾਹ ਇਸ਼ਨਾਨ ਕਰਦੇ ਆ ਜੀ ਹਰ ਰੋਜ਼ ਗੁਰੂ ਅਮਰਦਾਸ ਸਾਹਿਬ ਜੀ। ਹਾਂਜੀ। ਪੁੰਨ ਮੱਝਹਿ ਪਹਿਰੈ ਪਟ ਨਿਰਮਲ। ਫਿਰ ਮਹਾਰਾਜ ਇਸ਼ਨਾਨ ਕਰਦੇ ਆ। ਹਾਂਜੀ। ਪਹਿਲਾਂ ਬੌੜੀ ਸਾਹਿਬ ਦੇ ਜਲ ਨਾਲ ਇਸ਼ਨਾਨ, ਫਿਰ ਇਸ਼ਨਾਨ ਕਰਕੇ ਤੇ ਸੱਚੇ ਪਾਤਸ਼ਾਹ ਸਫੇਦ ਕੱਪੜੇ ਪਾਉਂਦੇ ਰੋਜ਼ ਜੀ। ਹਾਂਜੀ। ਬੈਠੇ ਸਤਿਗੁਰ ਹੋਏ ਇਕੰਤ ਥਲ। ਇਕੱਲੇ ਹੋ ਕੇ ਬਹਿ ਜਾਂਦੇ ਮਹਾਰਾਜ। ਹਾਂਜੀ। ਬ੍ਰਿਤ ਟਿਕਾਏ ਨਿਜ ਰੂਪ ਮਝਾਰੀ। ਤੇ ਨਿੱਜੀ ਸਰੂਪ ਵਿੱਚ ਭਾਵ ਪਰਮੇਸ਼ਰ ਦੇ ਸਰੂਪ ਵਿੱਚ ਸਮਾਧੀ ਲਾ ਲੈਂਦੇ ਆ। ਹੁਣ ਜਿਹੜਾ ਕੰਮ ਗੁਰੂ ਜੀ ਕਰ ਰਹੇ ਉਹ ਸਾਡੇ ਵਾਸਤੇ ਕਿੰਨਾ ਜ਼ਰੂਰੀ ਹੈਗਾ ਜੀ। ਅੰਮ੍ਰਿਤ ਵੇਲਾ ਮਹਾਰਾਜ ਵੇਖ ਲਓ ਜਾਗ ਰਹੇ, ਬਜ਼ੁਰਗ ਸਰੀਰ ਹੈ ਗੁਰੂ ਸਾਹਿਬ ਜੀ ਦਾ ਜੀ। ਲੇਹ ਆਨੰਦ ਤਿਸ ਕੋ ਹਿਤਕਾਰੀ। ਬੜੇ ਪਿਆਰ ਨਾਲ ਨਿੱਜੀ ਸਰੂਪ ਵਿੱਚ ਧਿਆਨ ਲਾ ਕੇ ਆਨੰਦ ਮਗਨ ਹੋ ਜਾਂਦੇ ਮਹਾਰਾਜ। ਹਾਂਜੀ। ਭੋਰ ਹੋਤਲਾ ਬਿਰਤੀ ਟਿਕਾਵੇਂ। ਦਿਨ ਚੜ੍ਹਨ ਤੱਕ ਨੇਤਰ ਬੰਦ ਰੱਖਦੇ ਮਹਾਰਾਜ, ਅੱਖਾਂ ਨਹੀਂ ਖੋਲਦੇ ਜੀ। ਅਵ ਚਲ ਆਨੰਦ ਰੂਪ ਹੋਏ ਜਾਵੇ। ਮਤਲਬ ਆਨੰਦ ਰੂਪ ਵਿੱਚ ਇਸ ਤਰ੍ਹਾਂ ਮਗਨ ਹੋ ਜਾਂਦੇ ਆ ਮਹਾਰਾਜ ਦੇ ਸਰੀਰ ਦਾ ਅੰਗ ਤੱਕ ਨਹੀਂ ਕੋਈ ਹਿੱਲਦਾ ਜੀ। ਹਾਂਜੀ। ਦਿਵਸ ਚੜੇ ਸਿੱਖ ਹੋਏ ਸਮੁਦਾਏ। ਦਿਨ ਜਦੋਂ ਚੜ੍ਹਦਾ ਬੇਅੰਤ ਸਿੱਖ ਸੰਗਤਾਂ ਗੁਰੂ ਜੀ ਦੀ ਹਾਜ਼ਰੀ ਵਿੱਚ ਆ ਜਾਂਦੀਆਂ ਜੀ। ਦਰਸ ਹੈ ਸੇਵ ਹੈ ਸੁਖ ਕੋ ਪਾਏ। ਦਰਸ਼ਨ ਕਰਦੀਆਂ, ਸੇਵਾ ਕਰਦੀਆਂ ਤੇ ਸੁਖ ਪਾਉਂਦੀਆਂ ਜੀ। ਗੱਜ ਕੇ ਆਖੋ ਸੰਗਤਾਂ ਇਹ ਕੰਮ ਕਰਦੀਆਂ ਜੀ, ਆਪਣੇ ਗੁਰੂ ਜੀ ਦੇ ਦਰਸ਼ਨ ਕਰਦੀਆਂ ਜੀ। ਹਾਂਜੀ। ਅੰਮ੍ਰਿਤ ਵੇਲਾ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਸੁਖ ਪ੍ਰਾਪਤ ਕਰਦੀਆਂ ਜੀ, ਸੁਖ ਪ੍ਰਾਪਤ ਕਰਦੀਆਂ ਜੀ। ਸ਼ਬਦ ਪੜ੍ਹਦੀਆਂ, ਸ਼ਬਦ ਤੇ ਗੁਰੂ ਅਰਜਨ ਦੇਵ ਜੀ ਦਾ, ਪਰ ਮਨ ਦੀ ਇਹ ਭਾਵਨਾ ਹੈ ਗੁਰੂ ਸਾਹਿਬ ਤੁਹਾਡੇ ਦਰਸ਼ਨਾਂ ਕਰਕੇ ਅਸੀਂ ਜਿਉਂਦੇ ਹਾਂ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਜਪੋ ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਗੋਇੰਦਵਾਲ ਸਾਹਿਬ ਅੰਮ੍ਰਿਤ ਵੇਲੇ ਦਾ ਸਮਾਂ, ਬੇਅੰਤ ਸੰਗਤਾਂ ਆ ਕੇ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਦੀਆਂ ਜੀ। ਹਾਂਜੀ। ਸ਼ਬਦ ਰਬਾਬੀ ਗਾਵਨ ਕਰੈ। ਤੇ ਫਿਰ ਰਬਾਬੀ ਕੀ ਕਰਦੇ ਜੀ? ਸ਼ਬਦ ਪੜ੍ਹਦੇ ਜੀ। ਸਹੀ ਸਮੇਂ ਤੇ ਆਉਂਦੇ ਆ, ਬੜੇ ਪਿਆਰ ਨਾਲ ਸ਼ਬਦ ਪੜ੍ਹਦੇ ਆ। ਕਿਹੜੇ ਸ਼ਬਦ ਪੜ੍ਹਦੇ ਆ? ਦਰਸ਼ਨ ਦੇਖ
ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਹੈ ਜੀ। ਹਾਂਜੀ, ਪਰ ਦਰਸ਼ਨਾਂ ਵਾਲੇ ਸ਼ਬਦ ਪੜ੍ਹਦੇ ਅੰਮ੍ਰਿਤ ਵੇਲੇ ਜੀ। ਹਾਂਜੀ, ਚਿਰੰਕਾਰ ਲਗ ਠਾਂਡੇ ਰਹੈ ਤੇ ਫਿਰ ਸੰਗਤ ਸਹਿਤ ਸੁਨਹਿ ਮੁੱਦ ਧਰੈ। ਗੁਰੂ ਜੀ ਤੇ ਬਾਣੀ ਸੁਣਦੇ ਹੀ ਐ, ਸੰਗਤਾਂ ਸੁਣ ਸੁਣ ਵੀ ਸ਼ਾਂਤੀ ਲੈਂਦੀਆਂ, ਆਨੰਦ ਲੈਂਦੀਆਂ ਜੀ। ਹਾਂਜੀ, ਸ਼ਬਦ ਪੜ੍ਹਦੇ ਗੁਰੂ ਅਮਰਦਾਸ ਜੀ ਦੇ, ਮਿਲ ਮੇਰੇ ਪ੍ਰੀਤਮਾ ਜਿਓ ਤੁਧ ਬਿਨ ਖਰੀ ਨਿਮਾਣੀ। ਮਿਲ ਮੇਰੇ ਪ੍ਰੀਤਮਾ ਜਿਓ ਤੁਧ ਬਿਨ ਖਰੀ ਨਿਮਾਣੀ। ਸੰਗਤਾਂ ਸ਼ਬਦ ਸੁਣ ਸੁਣ ਆਨੰਦ ਲੈ ਰਹੀਆਂ ਨੇ ਜੀ। ਹਾਂਜੀ, ਚਿਰੰਕਾਰ ਲਗ ਠਾਂਡੇ ਰਹੈ ਲੰਮਾ ਸਮਾਂ ਸੰਗਤਾਂ ਦਰਸ਼ਨ ਕਰਕੇ ਖਲੋਤੀਆਂ ਹੀ ਰਹਿੰਦੀਆਂ ਜੀ। ਆਨੰਦ ਹੀ ਬੜਾ ਆਉਂਦਾ ਜੀ। ਹਾਂਜੀ, ਕਿਲਕ ਭੀਤ ਮੈਂ ਕਰ ਸੋ ਗਾਹੈ। ਉਧਰ ਮਹਾਰਾਜ ਕਿੱਲੀ ਫੜ ਕੇ ਨਾ ਜੀ ਲੰਮਾ ਸਮਾਂ ਖਲੋਤੇ ਰਹਿੰਦੇ, ਵਾਹਿਗੁਰੂ 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 ਪਰਮੇਸ਼ਰ ਦਾ ਨਾਮ ਜਪਦੇ ਜੀ। ਹਾਂਜੀ, ਮਹਾ ਬ੍ਰਿਧ ਜੀਰਨ ਤਨ ਹੋਏ। ਅੱਛਾ ਵੇਖ ਲੋ, ਬਜ਼ੁਰਗ ਸਰੀਰ ਹੋ ਗਿਆ ਮਹਾਰਾਜ ਦਾ। ਮਹਾ ਬ੍ਰਿਧ, ਥੋੜਾ ਬਜ਼ੁਰਗ ਨਹੀਂ, ਜ਼ਿਆਦਾ ਬਜ਼ੁਰਗ ਸਰੀਰ ਹੋ ਗਿਆ। ਸੇਵਾ ਬੜੀ ਕੀਤੀ ਨਾ ਜੀ, ਗਾਗਰ ਬੜੀ ਢੋਈ ਜੀ, ਸਰੀਰ ਬੜਾ ਬਜ਼ੁਰਗ ਹੋ ਗਿਆ ਜੀ। ਹਾਂਜੀ, ਤਪ ਕੋ ਤਪ ਹੈ ਪਿਖੈ ਸਭ ਕੋਏ। ਪੁਰਾਣਾ ਸਰੀਰ ਹੋ ਗਿਆ। ਤਪ ਕਰਦਿਆਂ ਨੂੰ ਸਾਰੇ ਵੇਖਦੇ ਵੀ ਬਜ਼ੁਰਗ ਸਰੀਰ ਹੈ, ਕਿੱਲੀ ਫੜ ਕੇ ਵਾਹਿਗੁਰੂ 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 ਜਪ ਰਹੇ ਹੈ। ਹਾਂਜੀ, ਦੇਗ ਸੋ ਤਿਆਰ ਹੋਏ ਹੈ ਜਬੈ। ਜਦੋਂ ਲੰਗਰ ਤਿਆਰ ਹੋ ਜਾਂਦਾ ਜੀ। ਹਾਂਜੀ, ਸੰਗਤ ਸਹਿਤ ਅਚਹਿ ਗੁਰ ਤਬੈ। ਰਸੋਈਆ ਸਿੱਖ ਆਉਂਦਾ, ਮਹਾਰਾਜ ਲੰਗਰ ਤਿਆਰ ਹੈ। ਫਿਰ ਗੁਰੂ ਸਾਹਿਬ ਆਉਂਦੇ ਆ, ਸੰਗਤਾਂ ਦੇ ਸਮੇਤ ਪੰਗਤ ਵਿੱਚ ਬੈਠ ਕੇ ਛਕਦੇ ਆ। ਇੱਕ ਦਿਨ ਜਾਗੇ ਪ੍ਰਭੂ ਕਿਰਪਾਲ। ਇੱਕ ਦਿਨ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਮ੍ਰਿਤ ਵੇਲੇ ਜਾਗੇ ਜੀ। ਕਰੀ ਸੋਚ ਮੱਜੇ ਤਿਸ ਕਾਲ। ਇਸ਼ਨਾਨ ਪਾਨ ਕਰਨ ਗਏ ਸੱਚੇ ਪਾਤਸ਼ਾਹ ਗਰੀਬ ਨਵਾਜ। ਹਾਂਜੀ, ਹਿਤ ਦਰਸ਼ਨ ਕੇ ਤਨੁ ਜਾ ਭਾਨੀ। ਤੇ ਮਹਾਰਾਜ ਜੀ ਦੀ ਪੁੱਤਰੀ ਧੰਨ ਧੰਨ ਬੀਬੀ ਭਾਨੀ ਸਾਹਿਬ ਜੀ। ਬੀਬੀ ਭਾਨੀ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਗਏ ਜੀ। ਹਾਂਜੀ, ਪਹੁੰਚੀ ਨਿਕਟ ਭਗਤ ਜਿਹ ਭਾਨੀ। ਤੇ ਜਿਹਨੂੰ ਭਗਤੀ ਬੜੀ ਚੰਗੀ ਲੱਗਦੀ, ਬੀਬੀ ਭਾਨੀ ਜੀ ਨੂੰ ਭਗਤੀ ਬੜੀ ਚੰਗੀ ਲੱਗਦੀ ਜੀ। ਕਈ ਬੀਬੀਆਂ ਦਾ ਸੁਭਾਅ ਭਗਤੀ ਵਾਲਾ ਹੁੰਦਾ, ਨੇਕ ਹੁੰਦਾ ਜੀ। ਬੀਬੀ ਭਾਨੀ ਜੀ ਸਾਧ ਸੰਗਤ ਜੀ ਬੜੇ ਪ੍ਰੇਮ ਵਾਲੇ ਟਿਕੇ ਹੋਏ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ ਅੰਮ੍ਰਿਤ ਵੇਲੇ ਜੀ। ਹਾਂਜੀ, ਤਬ ਚੌਂਕੀ ਪਰ ਸਤਿਗੁਰ ਚਰੇ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਚੌਂਕੀ ਤੇ ਸੱਜੇ ਸਨ ਜੀ ਉਸ ਸਮੇਂ। ਹਾਂਜੀ, ਧਿਆਨ ਧਰਨ ਹਿਤ ਬੈਠਨ ਕਰੇ। ਤੇ ਮਹਾਰਾਜ ਲੱਕੜ ਦੀ ਚੌਂਕੀ ਤੇ ਬੈਠੇ ਤੇ ਧਿਆਨ ਜੋੜ ਰਹੇ ਸਨ ਜੀ ਆਪਣਾ। ਨੇਤਰ ਬੰਦ ਸਨ ਜੀ। ਆ ਹੁਣ ਹੀ ਚੌਂਕੀਆਂ ਬੰਦ ਹੋਈਆਂ ਜੀ। ਹਾਂਜੀ, ਹੁਣ ਚੌਂਕੀ ਕਿਸੇ ਦੇ ਘਰ ਲੱਭਦੀ ਜੀ ਤੁਹਾਨੂੰ? ਵਿਰਲੇ ਵਿਰਲੇ ਘਰਾਂ 'ਚ ਜੀ ਛੋਟੀਆਂ ਛੋਟੀਆਂ ਚੌਂਕੀਆਂ ਹੁੰਦੀਆਂ ਸਨ ਬਹਿਣ ਵਾਸਤੇ ਜੀ। ਚੌਰਸ ਕੱਢੀਆਂ ਹੋਈਆਂ, ਲੱਕੜ ਵਾਲੀਆਂ ਨਹੀਂ ਜੀ, ਉਹ ਵਾਣ ਦੀਆਂ ਬਣੀਆਂ ਹੋਈਆਂ ਜੀ। ਹਾਂਜੀ, ਦਾਨ ਬਿਲੋਚਨ ਮੁੰਦਰਿਤ ਕਰਕੇ। ਮਹਾਰਾਜ ਚੌਂਕੀ ਤੇ ਬੈਠੇ ਤੇ ਦੋਵੇਂ ਨੇਤਰ ਬੰਦ ਮਹਾਰਾਜ ਦੇ, ਤੇ ਟਿਕ ਗਏ ਜੀ, ਸੁਰਤੀ ਟਿਕ ਗਈ ਜੀ ਮਹਾਰਾਜ ਦੀ। ਅੰਤਰਮੁਖੀ ਬ੍ਰਿਤ ਕੋ ਧਰ ਕੇ। ਮਹਾਰਾਜ ਉੱਥੇ ਹੀ ਜੁੜ ਗਏ ਸੱਚੇ ਪਾਤਸ਼ਾਹ। ਕੋਈ ਵੱਡੀ ਗੱਲ ਨਹੀਂ ਹੈ, ਮਹਾਂਪੁਰਖ ਜੁੜ ਜਾਂਦੇ ਜੀ। ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਬੈਠੇ ਪ੍ਰਸ਼ਾਦਾ ਛਕਣ ਦੇ, ਤੇ ਰਸੋਈਏ ਨੇ ਦਾਲ ਬੜੀ ਵਧੀਆ ਬਣਾਈ ਜੀ। ਹਾਂਜੀ, ਤੇ ਜਦੋਂ ਬਾਬਾ ਜੀ ਨੇ ਛਕੀ ਤੇ ਬਾਬਾ ਜੀ ਕਹਿੰਦੇ ਵੀ ਬਹੁਤ ਵਧੀਆ ਲੰਗਰ ਬਣਾਇਆ। ਤੇ ਰਸੋਈਆ ਪਤਾ ਕੀ ਕਹਿੰਦਾ ਜੀ, ਹੱਥ ਜੋੜ ਕੇ ਕਹਿੰਦਾ ਸਭ ਵਾਹਿਗੁਰੂ ਦੀ ਕਿਰਪਾ ਹੈ। ਤੇ ਜਦੋਂ ਉਹਨੇ ਆਖਿਆ ਨਾ ਵਾਹਿਗੁਰੂ ਦੀ ਕਿਰਪਾ, ਤੇ ਬਾਬਾ ਜੀ ਸੁਣ ਕੇ ਸਮਾਧੀ 'ਚ ਚਲੇ ਗਏ ਜੀ। ਸਮਾਧੀ ਲੱਗ ਗਈ ਜੀ। ਇੱਕ ਦਿਨ, 2 ਦਿਨ, 3 ਦਿਨ ਨਹੀਂ, ਤੁਸੀਂ ਹੈਰਾਨ ਹੋਵੋਗੇ 12 ਦਿਨ ਲਗਾਤਾਰ ਅੱਖਾਂ ਬੰਦ ਰੱਖੀਆਂ ਜੀ। ਨਾ ਕੁਝ ਖਾਧਾ ਨਾ ਕੁਝ ਪੀਤਾ।
ਇੱਕ ਟਾਈਮ ਦਾ ਪ੍ਰਸ਼ਾਦਾ ਨਾ ਮਿਲੇ ਤੇ ਬੰਦੇ ਦਾ ਬੁਰਾ ਹਾਲ ਹੋ ਜਾਂਦਾ ਜੀ। ਤੇ 12 ਦਿਨਾਂ ਬਾਅਦ ਜਦੋਂ ਨੇਤਰ ਖੋਲੇ ਤਾਂ ਭੱਜ ਕੇ ਥਾਲਾ ਲੈ ਕੇ ਆਇਆ ਪ੍ਰਸ਼ਾਦੇ ਦਾ, ਤੇ ਬਾਬਾ ਜੀ ਕਹਿਣ ਲੱਗੇ ਵੀ ਇਹਦੇ ਹੁਣੇ ਤਾਂ ਛਕਿਆ ਸੀਗਾ, ਤੂੰ ਫੇਰ ਲੈ ਆਇਆ। ਕਹਿਣ ਲੱਗੇ, ਉਹ ਕਹਿੰਦਾ ਹੁਣੇ ਨਹੀਂ, 12 ਦਿਨ ਹੋ ਗਏ ਮਹਾਰਾਜ। ਮਹਾਰਾਜ ਗੁਰੂ ਅਮਰਦਾਸ ਸਾਹਿਬ ਬੈਠੇ ਐ, ਸੁਰਤ ਜੁੜ ਗਈ ਜੀ ਚੌਂਕੀ ਤੇ ਜੀ। ਕੋਈ ਪਤਾ ਥੋੜੀ ਕਿੱਥੇ ਕਿਹੜੇ ਵੇਲੇ ਜੁੜਦੀ ਹੈ ਜੀ। ਹੋਏ ਅਡੋਲ ਤਬ ਲਾਏ ਸੋ ਧਿਆਨ, ਅਡੋਲ ਮਹਾਰਾਜ ਬੈਠ ਗਏ ਧਿਆਨ ਲਾ ਕੇ ਜੀ। ਸ਼ੰਭੂ ਸਮਾਨ ਗੁਰੂ ਭਗਵਾਨ, ਤੇ ਐ ਮਹਾਰਾਜ ਅਡੋਲ ਬੈਠ ਗਏ ਜੀ, ਸ਼ੰਭੂ ਸਮਾਨ ਸ਼ਿਵ ਜੀ ਵਾਂਗੂ। ਹਾਂਜੀ, ਹੁਤੇ ਹੀਨ ਚੌਂਕੀ ਇੱਕ ਪਾਵਾ, ਉਹ ਨਾ ਜੀ ਇੱਕ ਪਾਵਾ ਟੁੱਟਾ ਹੋਇਆ ਸੀਗਾ ਜੀ ਚੌਂਕੀ ਦਾ। ਪਿਖ ਭਾਨੀ ਮਨ ਇਨ ਠਹਿਰਾਵਾ, ਤੇ ਉਹ ਬਸ ਕੁਝ ਸਮੇਂ ਵਿੱਚ ਟੋਟੀ ਚੱਲਾ ਸੀਗਾ ਜੀ। ਕਰੈਕ ਜਿਹਨੂੰ ਕਹਿ ਰਹੇ ਹੋ ਰਿਹਾ ਸੀਗਾ, ਟੋਟੀ ਚੱਲਾ ਸੀਗਾ ਜੀ। ਬੀਬੀ ਭਾਨੀ ਜੀ ਮਹਾਰਾਜ ਦੀ ਧੀ ਹੈ, ਉਹਨਾਂ ਵੇਖਿਆ ਵੀ ਪਾਵਾ ਟੁੱਟ ਚੱਲਾ ਹੈ। ਹਾਂਜੀ, ਹਲ ਹੈ ਪਿਤਾ ਇਤਹੁ ਜਬ ਹੋਏ, ਤੇ ਜਦੋਂ ਇਹਨੇ ਟੁੱਟਣਾ ਉਦੋਂ ਚੌਂਕੀ ਹਿੱਲਣੀ ਡੋਲਣੀ ਹੈ ਤੇ ਮਹਾਰਾਜ ਦੀ ਸਮਾਧੀ ਖੁੱਲ ਜਾਣੀ ਹੈ। ਹਾਂਜੀ, ਚੌਂਕੀ ਡੋਲ ਜਾਏ ਥਿਤ ਜੋਏ, ਚੌਂਕੀ ਡੋਲਣੀ ਹੈ, ਮਹਾਰਾਜ ਨੇ ਹਿੱਲਣਾ ਹੈ। ਹਾਂਜੀ, ਛੁਟ ਹੈ ਸਮਾਧ ਅਰਾਧ ਅਗਾਧੂ, ਤੇ ਪਰਮੇਸ਼ਰ 'ਚ ਜਿਹੜੀ ਸਮਾਧੀ ਲੱਗੀ ਉਹ ਖੁੱਲ ਜਾਏਗੀ। ਹਾਂਜੀ, ਜਿਸ ਹਿਤ ਜੋਗੀ ਜਤਨ ਸੋ ਸਾਧੂ, ਹੁਣ ਜੋਗੀ ਇੰਨਾ ਯਤਨ ਕਰਦੇ ਫਿਰ ਵੀ ਸਮਾਧੀ ਨਹੀਂ ਲੱਗਦੀ, ਤੇ ਮਹਾਰਾਜ ਦੀ ਤਸੁੱਤੇ ਸਿੱਧ ਲੱਗੀ ਹੈ ਜੀ। ਹਾਂਜੀ, ਪਰ ਹੈ ਵਿਖੇਪ ਧਿਆਨ ਕੇ ਮਾਹੀ, ਤੇ ਧਿਆਨ ਵਿੱਚ ਵਿਘਨ ਪੈ ਜਾਏਗਾ, ਸਮਾਧੀ 'ਚ ਵਿਘਨ ਪੈ ਜਾਏਗਾ। ਬਿਰਤ ਅਡੋਲ ਟਿਕਹਿ ਤਬ ਨਾਹੀ, ਫਿਰ ਐਸੀ ਅਵਸਥਾ ਬਿਰਤੀ ਟਿਕਣੀ, ਤੇ ਹੁਣ ਤੇ ਗੱਲ ਬਣੀ ਹੈ। ਹਾਂਜੀ, ਅਪਰ ਵਸਤ ਤਹਿ ਪਾਏ ਨਾ ਕੋਈ, ਹੋਰ ਕੋਈ ਤੇ ਵਸਤੂ ਹੈ ਨਹੀਂ ਸੀ ਲਾਗੇ ਜੀ। ਹਾਂਜੀ, ਪਾਵੈ ਤਰੇ ਧਰੇ ਹਿਤ ਜੋਈ, ਗੱਜ ਕੇ ਆਖੋ ਵਾਹਿਗੁਰੂ। ਪਾਵੈ ਤਰੇ ਧਰੇ ਹਿਤ ਜੋਈ, ਵੀ ਜਿਹੜਾ ਉਹ ਬੀਬੀ ਜੀ ਪਾਵੇ ਥੱਲੇ ਰੱਖ ਦੇ, ਪਾਵੇ ਦੀ ਜਗ੍ਹਾ ਤੇ ਰੱਖ ਦਿੰਦੇ ਕੋਈ ਚੀਜ਼, ਉਹ ਲਾਗੇ ਕੋਈ ਵਿਖੇ ਨਾ ਜੀ। ਹਾਂਜੀ, ਚਾਹੋਂ ਦਿਸ਼ ਦ੍ਰਿਗਨ ਚਲਾਏ ਨਿਹਾਰਾ, ਫੇਰ ਵੀ ਹਾਰ ਨਹੀਂ ਮੰਨੀ ਜੀ, ਚਾਰੇ ਪਾਸੇ ਵੇਖਿਆ ਵੀ ਕੋਈ ਚੀਜ਼ ਲੱਭ ਜਾਏ। ਹਾਂਜੀ, ਨਹਿ ਸਮੀਪ ਜੋ ਦੇਹ ਆਧਾਰਾ, ਉਹ ਥੱਲੇ ਆਸਰਾ ਦੇਣ ਵਾਸਤੇ ਕੋਈ ਵੀ ਚੀਜ਼ ਨਹੀਂ ਲੱਭੀ ਜੀ। ਹਾਂਜੀ, ਉਤ ਲਾਵਤ ਨੇ ਦੀਨਸ ਹਾਥ, ਤੇ ਬਸ ਫਿਰ ਕੀ ਸੀਗਾ ਜੀ, ਧੰਨ ਧੰਨ ਬੇਬੇ ਭਾਨੀ ਜੀ ਨੇ ਛੇਤੀ ਕਾਲੀ ਦੇ ਨਾਲ ਉਧਰੋਂ ਪਾਵਾ ਟੁੱਟ ਗਿਆ ਜੀ, ਉਧਰੋਂ ਛੇਤੀ ਛੇਤੀ ਹੱਥ ਦੇ ਦਿੱਤਾ ਜੀ ਆਪਣਾ ਜੀ। ਕਈ ਸਰੀਰ ਬੜੇ ਸੋਝੀ ਵਾਲੇ ਹੁੰਦੇ ਆ, ਬੜੀ ਫੁਰਤੀ ਵਾਲੇ ਹੁੰਦੇ ਆ, ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜੇ ਸਮੇਂ ਕੀ ਕਰਨਾ ਜੀ। ਤੇ ਕਈ ਐਡੇ ਠੋਲੂ ਹੁੰਦੇ, ਉਹਨਾਂ ਨੂੰ ਪਤਾ ਹੀ ਕੁਛ ਨਹੀਂ ਲੱਗਦਾ ਜੀ, ਪਤਾ ਹੀ ਨਹੀਂ ਲੱਗਦਾ ਜੀ ਕੁਛ। ਹਾਂਜੀ, ਤੇ ਬੀਬੀ ਭਾਨੀ ਜੀ ਨੇ ਉਸੇ ਵੇਲੇ ਹੱਥ ਦੇਤਾ ਜੀ ਥੱਲੇ ਜੀ। ਹਾਂਜੀ, ਨਹਿ ਡੋਲੇ ਚੌਂਕੀ ਤੇ ਸਾਥ, ਜਿਹਦੇ ਨਾਲ ਚੌਂਕੀ ਨਾ ਡੋਲੇ ਤੇ ਮਹਾਰਾਜ ਟਿਕੇ ਰਹਿਣ ਸੱਚੇ ਪਾਤਸ਼ਾਹ। ਹਾਂਜੀ, ਚਾਹੋਂ ਪਾਵੇ ਪਰ ਇੱਕ ਸਮ ਭਾਰੂ, ਚਾਰੇ ਪਾਵਿਆਂ ਤੇ ਬਰਾਬਰ ਭਾਰ ਹੋਣ ਕਰਕੇ ਜੀ। ਹਾਂਜੀ, ਹੋਤ ਭਇਓ ਸਭ ਲੀਨ ਸਹਾਰੂ, ਤੇ ਬੀਬੀ ਜੀ ਹੋਣਾ ਭਾਰ ਸਹਿ ਲਿਆ ਜੀ। ਹਾਂਜੀ, ਤਨ ਇਸਤਰੀ ਕਰ ਕੋਮਲ ਕਰ ਹੈ, ਪਰ ਫਿਰ ਵੀ ਇਸਤਰੀ ਦਾ ਸਰੀਰ ਹੈ, ਕੋਮਲ ਹੱਥ ਨੇ। ਹਾਂਜੀ, ਭਇਓ ਭਾਰ ਤੇ ਪੀੜਤ ਤਰ ਹੈ, ਉਹ ਭਾਰ ਤੇ ਮਹਾਰਾਜ ਜੀ ਦੇ ਸਰੀਰ ਦਾ ਹੈ ਹੀ ਹੈ, ਭਾਵੇਂ 4 ਹਿੱਸਿਆਂ 'ਚ ਵੰਡਿਆ, ਪਰ ਪਾਵੇ ਦੀ ਥਾਂ ਤੇ ਹੱਥ ਕੀਤਾ, ਉਹ ਦਰਦ ਹੋਵੇ ਹੱਥ ਜੀ ਬੜਾ। ਤਉ ਨਾ ਕਰਿਓ ਡੁਲਾਵਨ ਕਰ ਕੋ, ਤੇ ਸਾਧ ਸੰਗਤ ਜੀ ਫਿਰ ਵੀ ਬੇਬੇ ਭਾਨੀ ਜੀ ਨੇ ਬੜਾ ਧੀਰਜ ਰੱਖਿਆ ਤੇ ਹੱਥ ਨਹੀਂ ਡੁਲਾਇਆ ਜੀ। ਹਾਂਜੀ, ਬੈਠੀ ਰਹੀ ਧੀਰ ਧਰ ਉਰ ਕੋ, ਤੇ ਕਮਾਲ ਦੀ ਗੱਲ ਏ, ਮੁਖੋਂ ਸੀ ਤੱਕ ਨਹੀਂ ਆਖੀ ਜੀ। ਗੱਜ ਕੇ ਆਖੋ ਸੀ ਤੱਕ ਨਹੀਂ ਆਖੀ ਜੀ। ਉਹ ਇੱਕ ਰਸ ਲਗਾਤਾਰ ਭਾਰ ਸੰਭਿਆ ਮਹਾਰਾਜ ਦਾ। ਹਾਂਜੀ, ਪਾਵਾ ਰਹਿਓ ਹਥੇਰੀ ਗੱਡ ਕੈ, ਉਹ ਹਥੇਲੀ ਦੇ ਵਿੱਚ ਗੱਡਿਆ ਰਿਹਾ ਜੀ ਪਾਵਾ ਜੀ। ਹਾਂਜੀ, ਨਹਿ ਨਿਕਾਸਤ ਤਿਹ ਥਲ ਛੱਡ ਕੈ, ਤੇ ਹੱਥ ਪਰਾਂ ਨਹੀਂ ਕਰ ਰਹੇ ਬੀਬੀ ਭਾਨੀ ਜੀ, ਮਾਨੋ ਪਾਵੇ ਨਾਲ ਹੀ ਹੱਥ ਗੱਡਿਆ ਗਿਆ ਜੀ। ਹਾਂਜੀ, ਪੁਰਖਨ ਕੋ ਦੁਸ਼ਕਰ ਬਹੁ ਜੋਈ, ਇਹ ਕੰਮ ਤੇ ਬੰਦਿਆਂ ਵਾਸਤੇ ਵੀ ਔਖਾ ਜੀ। ਹਾਂਜੀ,
ਭਗਤ ਪਿਤਾ ਕੀ ਹਿਤ ਕੀਏ ਸੋਈ। ਤੇ ਇਹ ਤੇ ਫਿਰ ਇਸਤਰੀ ਜਾਮਾ ਹੈ। ਤੇ ਵੇਖ ਲਓ ਪਿਤਾ ਦੀ ਭਗਤੀ ਕਿਵੇਂ ਚਿੱਤ ਲਾ ਕੇ ਬੀਬੀ ਭਾਨੀ ਜੀ ਨੇ ਕੀਤੀ ਜੀ। ਹਾਂਜੀ। ਪ੍ਰਾਤ ਹੋਣ ਲਗ ਨਾਹਿਨ ਹਾਲੀ, ਹਾਂਜੀ। ਮਨ ਹੋ ਮੂਰਤੀ ਚਿੱਤਰ ਨਿਕਾਲੀ। ਹੁਣ ਉਹ ਮਹਾਰਾਜ ਸੱਚੇ ਪਾਤਸ਼ਾਹ ਲਗਾਤਾਰ 2-3 ਘੰਟੇ ਬੈਠੇ ਜੀ। ਦਿਨ ਚੜ੍ਹਨ ਤੱਕ ਨਾ ਜੀ ਮਹਾਰਾਜ ਉੱਠਦੇ ਨਹੀਂ ਸੀ ਹੁੰਦੇ ਜੀ। ਤੇ ਬੀਬੀ ਭਾਨੀ ਜੀ ਮੂਰਤੀ ਦਾ ਰੂਪ ਹੋ ਕੇ ਉੱਥੇ ਬੈਠੇ ਰਹੇ ਜੀ। ਉਂਝ ਹੀ ਬੈਠੇ ਰਹੇ ਜੀ। ਆਪਣਾ ਸਰੀਰ ਨਹੀਂ ਹਿੱਲਣ ਦਿੱਤਾ, ਮੁੱਖੋਂ ਕੋਈ ਬਚਨ ਨਹੀਂ ਕੀਤਾ। ਪਿਤਾ ਜੀ ਦੀ ਸਮਾਧੀ ਲੱਗੀ, ਕੋਈ ਖੁੱਲ ਨਾ ਜਾਵੇ ਜੀ। ਤੇ ਹੇ ਮੇਰੇ ਵਾਹਿਗੁਰੂ, ਹੁਣ ਬੀਬੀਆਂ ਕੀ ਕਰਦੀਆਂ? ਘਰ ਵਾਲਾ ਕਿਤੇ ਪਾਠ ਕਰ ਰਿਹਾ ਹੋਵੇ ਤਾਂ ਉਹਨੂੰ ਬੁਲਾਈ ਜਾਣਾ, ਬੁਲਾਈ ਜਾਂਦੀਆਂ, ਕਹਿੰਦੀਆਂ ਜਾ ਨਹੀਂ ਲਿਆਂਦਾ, ਆਹ ਨਹੀਂ ਲਿਆਂਦਾ। ਉਹਨੂੰ ਇੰਨਾ ਬੁਲਾ ਤੰਗ ਕਰ ਦਿੰਦੀਆਂ, ਉਹਨੂੰ ਪਾਠ ਛੱਡ ਕੇ ਵਿੱਚ ਬੋਲਣਾ ਪੈਂਦਾ ਜੀ, ਬੋਲਣਾ ਪੈਂਦਾ ਜੀ। ਧਿਆਨ ਰੱਖਿਓ, ਕੋਈ ਬਾਣੀ ਪੜ੍ਹ ਰਿਹਾ ਹੋਵੇ ਉਹਨੂੰ ਸਹਿਯੋਗ ਦਿਓ ਤਾਂ ਕਿ ਇਹਦੀ ਬਿਰਤੀ ਜੁੜੀ ਰਵੇ, ਇਹ ਪੜ੍ਹਦਾ ਰਵੇ। ਉਹਦੇ ਹਿੱਸੇ ਦਾ ਕੰਮ ਵੀ ਆਪ ਕਰ ਦਿਓ, ਤੁਹਾਨੂੰ ਪੁੰਨ ਲੱਗੇਗਾ। ਤੇ ਜੇ ਤੁਸੀਂ ਉਹਦੇ ਕੰਮ 'ਚ ਵੀ ਰੁਕਾਵਟ ਪਾਓ, ਪੁੰਨ ਦੀ ਥਾਂ ਤੇ ਪਾਪ ਲੱਗੇਗਾ। ਧਿਆਨ ਰੱਖਣਾ ਚਾਹੀਦਾ। ਕੋਈ ਬਾਣੀ ਪੜ੍ਹ ਰਿਹਾ ਹੋਵੇ, ਸਾਧ ਸੰਗਤ ਜੀ, ਉਹਦੇ ਕੰਮ 'ਚ ਰੁਕਾਵਟ ਨਹੀਂ ਪਾਉਣੀ। ਉਹ ਬੀਬੀ ਭਾਨੀ ਜੀ ਡਟੇ ਰਹੇ ਜੀ, ਦਿਨ ਚੜ੍ਹਨ ਤੱਕ ਲਗਾਤਾਰ ਲੱਗੇ ਰਹੇ ਜੀ। ਹਾਂਜੀ। ਪੂਜਾ ਸੂਨ ਕੰਧੇ ਲਗ ਪਈ। ਉਹ ਨਾੜਾਂ ਫੁੱਲ ਗਈਆਂ ਜੀ ਫਿਰ ਜੀ। ਹਾਂਜੀ, ਨਾੜਾਂ ਸੁੱਲ ਗਈਆਂ ਜੀ, ਬਾਂਹ ਥੱਕ ਗਈ ਜੀ ਬੜੀ ਬੁਰੀ ਤਰ੍ਹਾਂ। ਹਾਂਜੀ। ਉਤਰਿਓ ਰੁਧਿਰ ਲਾਲ ਹੋਏ ਗਈ। ਤੇ ਤੁਹਾਨੂੰ ਪਤਾ ਹੈ ਵੀ ਉਹ ਫਿਰ ਖੂਨ ਤੇ ਰੁਕਣਾ ਹੀ ਸੀਗਾ ਜੀ, ਇਧਰੋਂ ਉੱਪਰੋਂ ਲਾਲ ਹੋ ਗਈ ਬਾਂਹ ਸਾਰੀ ਜੀ। ਹਾਂਜੀ। ਧਿਆਨ ਹਟਾਵਨ ਸਮੋ ਭਇਓ ਜਬ। ਉਧਰੋਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਨੇਤਰ ਖੋਲਣ ਦਾ ਸਮਾਂ ਹੋ ਗਿਆ ਜੀ। ਹਾਂਜੀ। ਕਮਲ ਬਿਲੋਚਨ ਬਿਗਸ ਭੇ ਤਬ। ਕਮਲ ਨੈਣ ਸੱਚੇ ਪਾਤਸ਼ਾਹ ਜੀ ਨੇ ਬੜੇ ਪ੍ਰੇਮ ਨਾਲ ਸਹਿਜੇ ਸਹਿਜੇ ਨੇਤਰ ਖੋਲੇ ਜੀ। ਹਾਂਜੀ। ਬੈਠੀ ਸੁਤਾ ਸਮੀਪ ਨਿਹਾਰੀ। ਤੇ ਮਹਾਰਾਜ ਕੀ ਵੇਖਦੇ ਵੀ ਅੱਜ ਧੀ ਰਾਣੀ ਲਾਗੇ ਬੈਠੀ ਹੈ। ਹਾਂਜੀ। ਬਾਹਰੋਂ ਦ੍ਰਿਸ਼ਟ ਭੁਜਾ ਪਰ ਡਾਰੀ। ਕਰਦਿਆਂ ਕਰਦਿਆਂ ਬਾਂਹ ਵੱਲ ਤੱਕਿਆ ਮਹਾਰਾਜ ਨੇ। ਹਾਂਜੀ। ਧੂਲ ਨਸਾ ਸ਼ਰੋਨਤ ਪਰ ਰਹਿਓ। ਨਾੜਾਂ ਫੁੱਲੀਆਂ ਪਈਆਂ ਤੇ ਲਹੂ ਨਾਲ ਭਰੀਆਂ ਸਨ ਜੀ, ਨਾੜਾਂ ਫੁੱਲ ਜਾਂਦੀਆਂ ਜੀ। ਹਾਂਜੀ। ਸ਼੍ਰੀ ਸਤਿਗੁਰ ਬੂਝਨ ਹਿਤ ਕਹਿਓ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਪੁੱਛਣ ਲੱਗੇ ਜੀ। ਹਾਂਜੀ। ਇਹ ਕਿਆ ਕੀਨ ਰਹੀ ਕਿਉਂ ਬੈਸੀ। ਮਹਾਰਾਜ ਕਹਿਣ ਲੱਗੇ, ਭਾਨੀ ਇਹ ਕੀ ਕੀਤਾ, ਕਿਉਂ ਬੈਠੇ ਹੋਏ ਹੋ? ਹਾਂਜੀ। ਭੁਜ ਪਰ ਪੀੜਨ ਦੇਖਤ ਐਸੀ। ਤੁਹਾਡੀ ਬਾਂਹ ਤੇ ਇੰਨੀ ਪੀੜ ਵੇਖ ਰਹੀ ਹੈ। ਹਾਂਜੀ। ਸੁਨ ਬੋਲੀ ਵੱਡ ਭਾਗਾ ਭਾਨੀ। ਤੇ ਅਜੇ ਮਹਾਰਾਜ ਉੱਠੇ ਨਹੀਂ ਹੈ, ਬੀਬੀ ਭਾਨੀ ਜੀ ਬਚਨ ਕਰਨ ਦੇ ਆ, ਵੱਡੇ ਭਾਗਾਂ ਵਾਲੇ। ਹਾਂਜੀ। ਪਿਤ ਜੀ ਪਾਵੈ ਹੀਨ ਪਛਾਨੀ। ਪਿਤਾ ਜੀ ਤੁਸੀਂ ਸੱਜੇ ਪਾਵਾ ਇੱਕਦਮ ਟੁੱਟ ਗਿਆ। ਹਾਂਜੀ। ਨਿਕਟ ਬਿਲੋਕਨ ਕਛੂ ਨਾ ਕੀਨ। ਮੈਂ ਨੇੜੇ ਵੇਖਿਆ ਪਰ ਮੈਨੂੰ ਕੁਝ ਨੇੜੇ ਵਿਖਿਆ ਨਹੀਂ। ਹਾਂਜੀ। ਜਾਂ ਤੇ ਹਾਥ ਤਰੇ ਮੈਂ ਦੀਨ। ਇਸ ਕਰਕੇ ਮੈਂ ਥੱਲੇ ਹੱਥ ਦੇ ਦਿੱਤਾ ਆਪਣਾ। ਹਾਂਜੀ। ਡੋਲੇ ਤੇ ਸਮਾਦ ਛੁੱਟ ਜਾਏ। ਕਿਉਂਕਿ ਜੇ ਨਾ ਦਿੰਦੀ ਤੇ ਪੀੜਾ ਡੋਲ ਜਾਣਾ ਸੀ, ਸਮਾਧੀ ਛੁੱਟ ਜਾਣੀ ਸੀ। ਰਾਖੀ ਜਾਂ ਤੇ ਸਥਲ ਟਿਕਾਏ। ਇਸ ਕਰਕੇ ਮਹਾਰਾਜ ਮੈਂ ਹੱਥ ਟਿਕਾਈ ਰੱਖਿਆ ਆਪਣਾ। ਵੇਖੋ ਕਿੰਨਾ ਇੱਕ ਔਰਤ ਦੇ ਸਰੀਰ 'ਚ ਹੋ ਕੇ ਕਿੰਨਾ ਬਲ, ਕਿੰਨਾ ਧੀਰਜ, ਕਿੰਨੀ ਸ਼ਾਂਤੀ ਹੈ। ਹਾਂਜੀ। ਤਬ ਸ਼੍ਰੀ ਸਤਿਗੁਰ ਤਰੇ ਉਤਰ ਕੈ। ਹੁਣ ਉਹ ਇੱਕਦਮ ਜੇ ਮਹਾਰਾਜ ਉੱਠਣ ਨਾ, ਉਹਦਾ ਵੀ ਨੁਕਸਾਨ ਹੈ। ਗੱਜ ਕੇ ਆਖੋ ਵਾਹਿਗੁਰੂ। ਸਹਿਜੇ ਜੇ ਮਹਾਰਾਜ ਨੇ ਹੌਲੀ ਹੌਲੀ ਭਾਰ ਚੁੱਕਿਆ ਜੀ ਚੌਂਕੀ ਤੋਂ, ਪੀੜੀ ਤੋਂ। ਹਾਥ ਨਿਕਾਸਿਓ ਪ੍ਰੇਮ ਨੇ ਹਰ ਕੈ। ਤੇ ਬੇਬੇ ਭਾਨੀ ਜੀ ਨੇ ਹੱਥ ਬਾਹਰ ਕੱਢਿਆ ਜੀ ਆਪਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਗਰਤ ਹਥੇਰੀ ਵਿਖੇ ਨਿਹਾਰਾ। ਤੇ ਮਹਾਰਾਜ ਨੇ ਆਪ ਹੱਥ ਫੜ ਕੇ ਵੇਖਿਆ, ਟੋਇਆ ਪੈ ਚੁੱਕਾ ਸੀ ਵਿੱਚ ਜੀ। ਹਾਂਜੀ। ਇੱਥੇ ਤਾਂ ਸਿੱਕਾ ਹੀ 5 ਮਿੰਟ ਐਂ ਕਰਦੇ, ਉਹ ਥਾਂ ਬਣਾ ਲੈਂਦਾ ਜੀ। ਪੋਲਾ ਜੀ ਹੁੰਦਾ ਹੱਥ ਜੀ ਉੱਥੋਂ। ਹਾਂਜੀ। ਕਹਿਓ ਖੇਦ ਬੀਬੀ ਕਿਮ ਧਾਰਾ। ਮਹਾਰਾਜ ਹੱਥ ਵੇਖ ਕੇ ਕਹਿਣ ਲੱਗੇ, ਧੀ ਰਾਣੀਏ
ਤੂੰ ਇੰਨਾ ਖੇਦ ਕਿਉਂ ਕੀਤਾ, ਕਹਿਣ ਲੱਗੇ। ਹਾਂਜੀ, ਪਿਤ ਜੀ ਹਮਰੀ ਮਤ ਅਨਜਾਨੀ। ਵਾਹ ਵਾਹ ਵਾਹ, ਗੁਰੂ ਰਾਮਦਾਸ ਜੀ ਵਾਲੀ ਬੋਲੀ ਬੋਲਣ ਦਾ ਜੀ। ਬੀਬੀ ਭਾਨੀ ਜੀ ਕਹਿੰਦੇ ਮਹਾਰਾਜ ਮੈਂ ਤੇ ਅਣਜਾਣ ਜੀ ਹੈਗੀ ਆ, ਮੈਨੂੰ ਤੇ ਕੁਝ ਨਹੀਂ ਆਉਂਦਾ। ਹਾਂਜੀ, ਹੋਏ ਨਾ ਸਕਹਿ ਸੇਵ ਗੁਣ ਖਾਨੀ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਤੇ ਮਹਾਰਾਜ ਰੱਬ ਰੱਬ, ਅਸੀਂ ਤੁਹਾਡੀ ਸੇਵਾ ਕਰਨੀ ਥੋੜੀ ਜਾਣਦੇ ਆ, ਕਿਵੇਂ ਸੇਵਾ ਕਰਨੀ ਹੈ। ਨਿਸਬਾ ਸੁਰ ਮੈਂ ਰਹਿਤ ਬਸੂਰਤ। ਕਮਾਲ ਦੀ ਗੱਲ ਹੈ, ਵੇਖੋ ਕਿੰਨੀ ਨਿਮਰਤਾ ਜੀ। ਉੱਤੋਂ ਕਹਿੰਦੇ ਮਹਾਰਾਜ ਮੈਂ ਤਾਂ ਦਿਨ ਰਾਤ ਝੂਰਦੀ ਰਹਿਨੀ ਆ ਸੱਚੇ ਪਾਤਸ਼ਾਹ। ਆਹੋ ਆਪ ਪਰਮੇਸ਼ਰ ਮੂਰਤ। ਤੁਹਾਡੀ ਸੇਵਾ ਨਹੀਂ ਹੁੰਦੀ ਤੇ ਤੁਸੀਂ ਮਹਾਰਾਜ ਆਪ ਰੱਬ ਹੋ, ਆਪ ਰੱਬ ਹੋ, ਆਪ ਪਰਮੇਸ਼ਰ ਹੋ ਸੱਚੇ ਪਾਤਸ਼ਾਹ। ਸਫਲ ਨੇਤਰ ਜੇ ਦਰਸ਼ਨ ਕਰੇ। ਸੱਚੇ ਪਾਤਸ਼ਾਹ ਜਿਹੜੇ ਤੁਹਾਡੇ ਦਰਸ਼ਨ ਕਰਦੇ ਉਹਨਾਂ ਦੀਆਂ ਅੱਖਾਂ ਸਫਲੀਆਂ ਨੇ। ਕਿੰਨੀ ਸ਼ਰਧਾ ਜੀ, ਕਰੋ ਨੇਤਰਾਂ ਨਾਲ ਦਰਸ਼ਨ ਮਹਾਰਾਜ ਦੇ। ਮਹਾਰਾਜ ਵੱਲ ਕਰਕੇ ਨਾ ਧਿਆਨ, ਹੱਥ ਜੋੜ ਕੇ ਸਿਰ ਝੁਕਾ ਕੇ ਕਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਾਂਜੀ, ਹਾਥ ਸਫਲ ਟਹਿਲ ਜੋ ਅਨੁਸਰੇ। ਤੇ ਮਹਾਰਾਜ ਜਿਹੜੇ ਹੱਥ ਤੁਹਾਡੀ ਟਹਿਲ ਕਰਦੇ, ਤੁਹਾਡੀ ਸੇਵਾ ਕਰਦੇ ਮਹਾਰਾਜ, ਉਹ ਵੀ ਸਫਲੇ ਹੈ। ਹਾਂਜੀ, ਰਿਦਾ ਸਫਲ ਜਿਸ ਮੈਂ ਤੁਮ ਬਾਸੋ। ਤੇ ਮਹਾਰਾਜ ਨੇਤਰ ਸਫਲ ਤੁਹਾਡੇ ਦਰਸ਼ਨ ਕਰਕੇ। ਸੱਚੇ ਪਾਤਸ਼ਾਹ ਹੱਥ ਸਫਲ ਤੁਹਾਡੀ ਸੇਵਾ ਕਰਕੇ। ਉਹ ਹਿਰਦਾ ਸਫਲ ਜਿਹਦੇ ਵਿੱਚ ਤੁਸੀਂ ਵਸ ਗਏ। ਹਾਂਜੀ, ਚਰਨ ਸਫਲ ਤੁਮ ਹਿਤ ਚੱਲ ਜਾਸੋ। ਤੇ ਚਰਨ ਪੈਰ ਉਹ ਸਫਲੇ ਜਿਹੜੇ ਤੁਹਾਡੇ ਕੋਲ ਆਉਂਦੇ। ਸਾਧ ਸੰਗਤ ਤੁਸੀਂ ਚੱਲ ਕੇ ਗੁਰੂ ਸਾਹਿਬ ਦੇ ਘਰ ਆਏ, ਤੁਹਾਡੇ ਚਰਨ ਸਫਲੇ ਨੇ। ਤੁਸੀਂ ਨੇਤਰਾਂ ਨਾਲ ਗੁਰੂ ਜੀ ਦੇ ਦਰਸ਼ਨ ਕੀਤੇ, ਤੁਹਾਡੀਆਂ ਅੱਖਾਂ ਸਫਲੀਆਂ ਨੇ। ਤੁਸੀਂ ਕੰਨਾਂ ਨਾਲ ਗੁਰੂ ਜੀ ਦੀ ਕਥਾ ਸੁਣ ਰਹੇ, ਤੁਹਾਡੇ ਕੰਨ ਸਫਲੇ ਨੇ। ਤੇ ਤੁਸੀਂ ਹੱਥਾਂ ਨਾਲ ਮਹਾਰਾਜ ਜੀ ਦੀ ਸੇਵਾ ਕਰਦੇ, ਤੁਹਾਡੇ ਹੱਥ ਸਫਲੇ ਨੇ। ਤੇ ਜੇ ਤੁਹਾਡੇ ਹਿਰਦਿਆਂ 'ਚ ਮਹਾਰਾਜ ਵਸ ਗਏ ਤੇ ਤੁਹਾਡਾ ਹਿਰਦਾ ਵੀ ਸਫਲਾ ਜੀ। ਗੱਜ ਕੇ ਆਖੋ ਵਾਹਿਗੁਰੂ। ਸਕਲ ਸਰੀਰ ਸਫਲ ਵੱਡ ਭਾਗੇ, ਜੋਰਾਵਰ ਕੀ ਸੇਵਾ ਲਾਗੇ। ਮਹਾਰਾਜ ਉਹ ਸਰੀਰ ਸਫਲਾ ਜਿਹੜਾ ਤੁਹਾਡੀ ਸੇਵਾ ਵਿੱਚ ਲੱਗਦਾ ਜੀ। ਹਾਂਜੀ, ਸੁਨ ਤਨੁ ਜਾ ਕੇ ਬਚਨ ਸੁਹਾਏ। ਮਹਾਰਾਜ ਨੇ ਆਪਣੀ ਬੱਚੀ ਧੀ ਰਾਣੀ ਦੇ ਜਦੋਂ ਐਸੇ ਬਚਨ ਸੁਣੇ। ਪਿਖ ਦੁਸ਼ਕਰਮ ਕੀਨ ਜਿਸ ਭਾਏ। ਜਿੰਨਾ ਬੜਾ ਔਖਾ ਕੰਮ ਕੀਤਾ ਸੀਗਾ ਜੀ, ਕਠਿਨ ਕੰਮ ਕੀਤਾ ਸੀਗਾ। ਹਾਂਜੀ, ਹੋਏ ਪ੍ਰਸੰਨ ਬਰ ਦਇਓ ਸੁਜਾਨਾ। ਤੇ ਮਹਾਰਾਜ ਨੇ ਫਿਰ ਖੁਸ਼ ਹੋ ਕੇ ਸਾਧ ਸੰਗਤ ਦੀ ਵਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਹਾਂਜੀ, ਸੰਤਤ ਤੇਰੀ ਬਧੈ ਮਹਾਨਾ। ਮਹਾਰਾਜ ਕਹਿਣ ਲੱਗੇ ਭਾਨੀ ਤੇਰੀ ਸੰਤਾਨ ਬੜੀ ਵਧੇਗੀ, ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਸੰਤਾਨ ਕੌਣ ਨੇ? ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਪੋਤਰੇ ਕੌਣ ਨੇ? ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਹਾਂਜੀ, ਸਕਲ ਜਗਤ ਕੀ ਹੋਵਹਿ ਪੂਜ। ਤੇ ਤੇਰੀ ਸੰਤਾਨ ਦੀ ਸਾਰੇ ਜਗਤ ਵਿੱਚ ਪੂਜਾ ਹੋਵੇਗੀ। ਪੜਪੋਤਰਾ ਕੌਣ ਹੈ? ਮਾਤਾ ਭਾਨੀ ਜੀ ਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਮਹਾਰਾਜ ਦੇ ਬੇਬੀ ਭਾਨੀ ਜੀ ਦੇ ਪੜਪੋਤਰਾ ਜੀ ਨੇ। ਹਾਂਜੀ, ਅੱਗੋਂ 10ਵੇਂ ਪਾਤਸ਼ਾਹ ਦੇ ਵੀ ਰਿਸ਼ਤਾ ਜੁੜ ਗਿਆ। ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦਿਆਂ ਦਾ ਵੀ ਰਿਸ਼ਤਾ ਜੁੜ ਗਿਆ ਜੀ। ਕਿੱਥੇ ਗੱਲ ਜਾਂਦੀ ਜੀ ਬੀਬੀ ਭਾਨੀ ਜੀ ਦੀ ਜੀ। ਮਹਾਰਾਜ ਕਹਿਣ ਲੱਗੇ ਤੁਹਾਡੀ ਸੰਤਾਨ ਦੀ ਪੂਜਾ ਹੋਵੇਗੀ ਔਰ ਹੋ ਰਹੀ ਹੈ। ਜੈਸੋ ਚੜ੍ਹੈ ਚੰਦਰਮਾ ਦੂਜ। ਜਿਵੇਂ ਦੂਧ ਦਾ ਚੰਦ ਸੋਹਣਾ ਲੱਗਦਾ ਹੈ, ਬੜ ਐਸ਼ਵਰਜ ਬਧੈ ਤਿਮ ਆਗੇ। ਉਸੇ ਤਰ੍ਹਾਂ ਤੁਹਾਡੀ ਕੁੱਲ ਵਿੱਚ ਐਸ਼ਵਰਜ ਸੁਖ ਪਦਾਰਥ ਬੜੇ ਵਧਣਗੇ। ਗੁਰੂ ਰਾਮਦਾਸ ਜੀ ਤੇ ਮਿਹਰਾਂ ਹੋਈਆਂ। ਗੁਰੂ ਅਰਜਨ ਸਾਹਿਬ ਮਾਲਕ ਆਪ ਪਰਮੇਸ਼ਰ। 6ਵੇਂ ਪਾਤਸ਼ਾਹ ਮੇਰੀਆਂ ਪੀਰੀਆਂ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ। ਹਾਂਜੀ, ਜੋ ਤਿਨ ਸੇਵਹਿ ਸੋ ਵੱਡ ਭਾਗੇ। ਜਿਹੜੇ ਤੇਰੇ ਕੁੱਲ ਦੀ ਸੇਵਾ ਕਰਨਗੇ ਭਾਨੀ, ਉਹ ਵੀ ਵੱਡਿਆਂ ਭਾਗਾਂ ਵਾਲੇ ਹੋਣਗੇ। ਇਹ ਵਰ ਬੀਬੀ ਭਾਨੀ ਜੀ ਨੇ ਕਿਵੇਂ ਲਏ? ਇਹ ਗੁਰੂ ਅਮਰਦਾਸ ਜੀ ਨੂੰ ਪ੍ਰਸੰਨ ਕਰਕੇ ਲਏ ਜੀ। ਹਾਂਜੀ, ਆਗੇ ਬੰਸ ਬਿਖੈ ਨਿਪਜੈ ਹੈ, ਮਹਾਬਲੀ ਸੇ ਜਗ ਮੈਂ ਹੋਇ ਹੈ। ਅੱਗੇ ਵੰਸ਼ ਵਿੱਚ ਜਿਹੜੇ ਮਨੁੱਖ ਪੈਦਾ ਹੋਣਗੇ ਬੜੇ ਮਹਾਬਲੀ ਹੋਣਗੇ, ਬੜੇ ਯੋਧੇ ਸੂਰਮੇ ਹੋਣਗੇ।
ਹਾਂਜੀ। ਸ਼ਸਤਰ ਗਾਹੈ ਦੁਸ਼ਟਨ ਕੋ ਘਾਵਹਿ। ਸ਼ਸਤਰ ਧਾਰੀ ਹੋਣਗੇ, ਦੁਸ਼ਟਾਂ ਦਾ ਨਾਸ ਕਰਨਗੇ, ਆਪਣੋ ਅਧਿਕ ਪ੍ਰਤਾਪ ਵਧਾਵਹਿ। ਤੇ ਸਾਡੇ ਨਾਲੋਂ ਵੀ ਵੱਧ ਪ੍ਰਤਾਪ ਹੋਵੇਗਾ। ਗੱਜ ਕੇ ਆਖੋ ਵਾਹ। ਸੇਵਾ ਤੋਂ ਖੁਸ਼ ਹੋ ਕੇ ਮਹਾਰਾਜ ਨੇ ਬਚਨ ਦਿੱਤੇ ਜੀ। ਹਾਂਜੀ, ਪਰਮ ਧਰਮ ਪੀਰੀ ਅਰ ਮੀਰੀ। ਵਾਹ ਵਾਹ, ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ, ਅਜੇ 6ਵੇਂ ਪਾਤਸ਼ਾਹ ਜੀ ਦਾ ਆਗਮਨ ਥੋੜੀ ਹੋਇਆ ਜੀ, ਅਜੇ ਤੇ ਗੁਰੂ ਅਰਜਨ ਸਾਹਿਬ ਦਾ ਵਿਆਹ ਨਹੀਂ ਹੋਇਆ ਜੀ। ਤੇ ਕਹਿਣ ਲੱਗੇ ਤੁਹਾਡਾ ਪੋਤਰਾ ਮੀਰੀ ਪੀਰੀ ਵਾਲਾ ਹੋਵੇਗਾ। ਹਾਂਜੀ, ਧਰਹਿ ਆਪ ਦੇ ਅਪਰਤ ਗੀਰੀ। ਮਹਾਰਾਜ ਕਹਿਣ ਲੱਗੇ ਆਪਣੀ ਉਹਨਾਂ ਦੀ ਰੀਤੀ ਹੋਵੇਗੀ, ਉਹਨਾਂ ਦਾ ਰਾਜ ਹੋਵੇਗਾ। ਕਲ ਯੁਗ ਮੈਂ ਜਹ ਜਹ ਜੈਕਾਰੋ। ਕਲਯੁਗ ਦੇ ਵਿੱਚ ਉਹਨਾਂ ਦੀ ਸਦਾ ਜੈ ਜੈਕਾਰ ਹੋਵੇਗੀ। ਕਿਹਦੀ? ਗੁਰੂ ਹਰਗੋਬਿੰਦ ਸਾਹਿਬ ਜੀ ਦੀ, ਤੁਹਾਡੇ ਪੋਤਰੇ ਦੀ। ਹਾਂਜੀ, ਕਰਹਿ ਉਧਾਰਨ ਨਰਨ ਹਜ਼ਾਰੋ। ਹਜ਼ਾਰਾਂ ਮਨੁੱਖਾਂ ਨੂੰ ਉਤਾਰੇਗਾ। ਹਾਂਜੀ, ਸੋਢ ਬੰਸ ਕਹੋ ਵੱਡ ਵਡਿਆਈ। ਸੋਢੀਆਂ ਦੀ ਬੜੀ ਵੱਡੀ ਵਡਿਆਈ ਵੱਧ ਜਾਵੇਗੀ। ਤੈਂ ਕਰ ਭਗਤ ਭਲੇ ਅਬ ਪਾਈ। ਕਿਉਂ? ਤੂੰ ਭਗਤੀ ਕਰਕੇ ਕਹਿਣ ਲੱਗੇ ਸਾਨੂੰ ਵਸ ਵਿੱਚ ਕਰ ਲਿਆ ਹੈ। ਅਗਲੀ ਪੰਕਤੀ ਵੀ ਪੜ੍ਹ ਦਿਓ। ਤੀਨੋਂ ਕਾਲ ਵਿਖੇ ਤੁਝ ਜੈਸੀ। ਅੱਜ ਤੋਂ ਪਹਿਲਾਂ, ਹੁਣ ਦੇ ਸਮੇਂ 'ਚ ਤੇ ਆਉਣ ਵਾਲੇ ਸਮੇਂ ਵਿੱਚ ਭਾਨੀ ਤੇਰੇ ਜੈਸੀ ਧੀ ਨਹੀਂ ਕੋਈ ਹੋਏਗੀ। ਕਿੱਡਾ ਵੱਡਾ ਬਚਨ ਕੀਤਾ। ਹਾਂਜੀ, ਤੀਨੋਂ ਕਾਲ ਵਿਖੇ ਤੁਝ ਜੈਸੀ। ਹੋਈ ਨਾ ਹੈ ਹੋਏਵੇਗੀ ਐਸੀ। ਹਾਂਜੀ। ਪਿਤਾ ਗੁਰੂ ਜਗ ਗੁਰ ਹੋਏ ਕੰਤ। ਮਹਾਰਾਜ ਕਹਿਣ ਲੱਗੇ ਵੇਖੋ ਭਾਗ, ਕਵੀ ਸੰਤੋਖ ਸਿੰਘ ਕਹਿੰਦੇ ਬੀਬੀ ਭਾਨੀ ਦਾ ਪਿਤਾ ਸਤਿਗੁਰੂ, ਪਤੀ ਉਹ ਵੀ ਸਤਿਗੁਰੂ। ਹਾਂਜੀ, ਪੁੱਤਰ ਗੁਰੂ ਹੋਏ ਪੁੱਤਰ ਮਹੰਤ। ਪੁੱਤਰ ਵੀ ਸਤਿਗੁਰੂ, ਅੱਗੋਂ ਪੋਤਰਾ ਵੀ ਸਤਿਗੁਰੂ। ਗੱਜ ਕੇ ਆਖੋ ਵਾਹ। ਪੜਪੋਤਰਾ ਵੀ ਸਤਿਗੁਰੂ, ਪੜਪੋਤਰੇ ਦਾ ਪੁੱਤਰ ਵੀ ਸਤਿਗੁਰੂ ਜੀ। ਹਾਂਜੀ, ਹੈ ਬੀਬੀ ਭਾਨੀ ਜੀ ਵਰਗੀ ਕੋਈ ਇਸਤਰੀ? ਤੇ ਫਿਰ ਇੱਕ ਵਾਰੀ ਗੱਜ ਕੇ ਕਹਿ ਦਿਓ ਧੰਨ ਧੰਨ ਬੀਬੀ ਭਾਨੀ ਜੀ। ਧੰਨ ਬੀਬੀ ਭਾਨੀ ਜੀ। ਧੰਨ ਧੰਨ ਬੀਬੀ ਭਾਨੀ ਜੀ। ਧੰਨ ਬੀਬੀ ਭਾਨੀ ਜੀ। ਹਾਂਜੀ, ਕਿਆ ਅਬ ਕਹੈ ਤੋਰ ਵਡਿਆਈ। ਕਿਆ ਅਬ ਕਹੈ ਤੋਰ ਵਡਿਆਈ। ਮਹਾਰਾਜ ਕਹਿੰਦੇ ਭਾਨੀ ਹੁਣ ਤੇਰੀ ਕੀ ਵਡਿਆਈ ਕਰੀਏ। ਜਿਸ ਕੀ ਸਮ ਕੋ ਹਵੈ ਨਾ ਸਕਾਈ। ਭਾਈ ਤੇਰੇ ਵਰਗੀ ਤੇ ਕੋਈ ਇਸਤਰੀ ਨਹੀਂ ਹੋ ਸਕਦੀ। ਹਾਂਜੀ, ਅਤ ਪ੍ਰਸੰਨ ਸ਼੍ਰੀ ਅਮਰ ਕਿਰਪਾਲ। ਇਸ ਤਰੀਕੇ ਨਾਲ ਧੰਨ ਗੁਰੂ ਅਮਰਦਾਸ ਸਾਹਿਬ ਜੀ ਬੜੇ ਪ੍ਰਸੰਨ ਹੋਏ। ਇਤਿਆਦਿਕ ਬਰ ਦੀਏ ਵਿਸਾਲ। ਉੱਤਮ ਵਰ ਦਿੱਤੇ ਮਹਾਰਾਜ ਨੇ, ਕੁੱਲ ਤੇ ਬਖਸ਼ਿਸ਼ਾਂ ਕਰ ਦਿੱਤੀਆਂ। ਸੁਨ ਕਰ ਜੋਰਤ ਔਰ ਸਨਮਾਨੀ। ਤੇ ਬੇਬੇ ਭਾਨੀ ਜੀ ਨੇ ਕੀ ਕੀਤਾ? ਹੱਥ ਜੋੜ ਲਏ ਮਹਾਰਾਜ ਅੱਗੇ ਜੀ। ਹਾਂਜੀ, ਬੜ ਭਾਗਨ ਨੇ ਬੰਧਨ ਠਾਨੀ। ਵੱਡੇ ਭਾਗਾਂ ਵਾਲੇ ਬੀਬੀ ਜੀ ਨੇ 7 ਬਚਨ ਕਹਿ ਕੇ ਮੱਥਾ ਟੇਕ ਦਿੱਤਾ ਗੁਰੂ ਅਮਰਦਾਸ ਜੀ ਨੂੰ। ਪਿਤ ਬਾਣੀ ਸਾਚੀ ਨਿਤ ਜਾਨੀ। ਔਰ ਆਪਣੇ ਪਿਤਾ ਦੀਆਂ ਗੱਲਾਂ ਨੂੰ ਐਵੇਂ ਨਹੀਂ ਆਖਿਆ ਵੀ ਐਵੇਂ ਹੀ ਕਹਿ ਦਿੱਤੀਆਂ, ਨਹੀਂ, ਸੱਚ ਕਰਕੇ ਮੰਨਿਆ ਵੀ ਇਹ ਹੋਣਾ ਹੈ। ਖੇਡ ਤੇ ਵਿਸ਼ਵਾਸ ਦੀ ਹੈ। ਬਰ ਦੇਵਨ ਤੇ ਬਹੁ ਹਰ ਖਾਨੀ। ਬੇਬੇ ਭਾਨੀ ਜੀ ਵਰ ਸੁਣ ਕੇ ਬੜੇ ਖੁਸ਼ ਹੋਏ ਜੀ। ਹਾਂਜੀ, ਆਇਸ ਲੈ ਗ੍ਰਹਿ ਬਿਖੈ ਸਿਧਾਈ। ਆਗਿਆ ਲੈ ਕੇ ਆਪਣੇ ਘਰ ਚਲੇ ਗਏ। ਸਰਬੋਤਮ ਪਦ ਨੋ ਨਿਜ ਪਾਈ। ਤੇ ਸਾਧ ਸੰਗਤ ਜੀ ਸਰਬੋਤਮ ਪਦ ਦੀ ਪ੍ਰਾਪਤੀ ਬੀਬੀ ਭਾਨੀ ਜੀ ਨੇ ਕੀਤੀ ਜੀ। ਇਹ ਸਾਰਾ ਕੁਝ ਕਿਵੇਂ ਹੋਇਆ? ਇਹ ਮਹਾਰਾਜ ਜੀ ਦੀ ਸੇਵਾ ਕਰਕੇ ਹੋਇਆ। ਸਿਆਣੀ ਮੌਕੇ ਤੇ ਵੇਖਣਾ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ ਜੀ। ਹਾਂਜੀ, ਸਦਾ ਭਗਤ ਕੇ ਬਸ ਗੁਰ ਸੁਆਮੀ। ਦੇਤ ਅਦੇ ਸੋ ਅੰਤਰ ਜਾਮੀ। ਸੋ ਇਸ ਤਰੀਕੇ ਨਾਲ ਮਹਾਰਾਜ ਸਦਾ ਭਗਤੀ ਦੇ ਵਸ ਵਿੱਚ ਹੁੰਦੇ ਆ ਤੇ ਭਗਤੀ ਅਨੁਸਾਰ ਹੀ ਮਹਾਰਾਜ ਗਰੀਬ ਨਵਾਜ ਸਭ ਕੁਝ ਦਿੰਦੇ ਆ, ਕਰਦੇ ਆ। ਹੁਣ ਇਹਦੇ ਤੋਂ ਅੱਗੇ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।